Hello students, but now in this video we proceed our further topics. ਆਪਾਂ ਲਾਸਟ ਵੀਡੀਓ ਦੇ ਵਿੱਚ ਇੰਟ੍ਰਿੰਸਿਕ ਸੈਮੀਕੰਡਕਟਰਸ ਨੂੰ ਡਿਟੇਲ 'ਚ ਪੜ੍ਹਿਆ ਸੀਗਾ ਵੀ ਇੰਟ੍ਰਿੰਸਿਕ ਸੈਮੀਕੰਡਕਟਰਸ ਕੀ ਹੁੰਦੇ ਨੇ, ਕਿਵੇਂ ਉਹ ਇਲੈਕਟ੍ਰਿਸਿਟੀ ਕੰਡਕਟ ਕਰਦੇ ਨੇ, ਕਦੋਂ ਉਹ ਇਨਸੂਲੇਟਰਸ ਦੀ ਤਰ੍ਹਾਂ ਬਿਹੇਵ ਕਰਦੇ ਨੇ, ਕਦੋਂ ਉਹ ਇਲੈਕਟ੍ਰਿਸਿਟੀ ਕੰਡਕਟ ਕਰਦੇ ਨੇ। ਮੈਂ ਤੁਹਾਨੂੰ ਬੌਂਡ ਥਿਊਰੀ ਐਂਡ ਬੈਂਡ ਥਿਊਰੀ ਦੋਨਾਂ ਦੇ ਅਕੋਰਡਿੰਗ ਦੱਸਿਆ ਸੀਗਾ। ਇੰਟ੍ਰਿੰਸਿਕ ਸੈਮੀਕੰਡਕਟਰਸ ਦੇ ਵਿੱਚ ਦੀ ਲਿਮਿਟੇਸ਼ਨਸ ਵੀ ਡਿਸਕਸ ਕਰ ਲਈਆਂ ਸੀ ਆਪਾਂ ਨੇ, ਹੋਲਸ ਦੀ ਫੋਰਮੇਸ਼ਨ ਵੀ ਡਿਸਕਸ ਕਰ ਲਈ ਸੀਗੀ। ਨਾਓ ਵੀ ਪ੍ਰੋਸੀਡ ਫਰਦਰ। ਔਰ ਨੈਕਸਟ ਟੋਪਿਕ ਇਜ਼ ਡੋਪਿੰਗ। ਬੇਟਾ ਆਪਾਂ ਨੂੰ ਪਤਾ ਵੀ ਜਿਹੜੇ ਇੰਟ੍ਰਿੰਸਿਕ ਸੈਮੀ ਕੰਡਕਟਰਸ ਨੇ ਉਹਨਾਂ ਦੀ ਕੰਡਕਟੀਵਿਟੀ ਲੋ ਹੁੰਦੀ ਹੈ ਕਿਉਂਕਿ ਉਹਨਾਂ 'ਚ ਚਾਰਜ ਕੈਰੀਅਰਸ ਘੱਟ ਹੁੰਦੇ ਨੇ। ਚਾਰਜ ਕੈਰੀਅਰ ਮੀਨਸ ਚਾਰਜ ਕੈਰੀਅਰਸ ਮਤਲਬ ਚਾਰਜ ਕੈਰੀਅਰਸ ਦਾ ਮਤਲਬ ਇਹ ਨਹੀਂ ਹੁੰਦਾ ਵੀ ਜਿਨ੍ਹਾਂ 'ਤੇ ਚਾਰਜ ਹੋਵੇ, ਨਹੀਂ। ਚਾਰਜ ਕੈਰੀਅਰ ਮੀਨਸ ਜਿਹੜੇ ਕਰੰਟ ਪ੍ਰੋਡਿਊਸ ਕਰਨ, ਉਹ ਚਾਰਜ ਪਾਰਟੀਕਲਸ ਹੈ ਨਾ ਵਿਚ ਆਰ ਪ੍ਰੋਡਿਊਸਿੰਗ ਇਲੈਕਟ੍ਰਿਕਸਿਟੀ, ਇਲੈਕਟ੍ਰਿਕ ਕਰੰਟ ਪ੍ਰੋਡਿਊਸ ਕਰਨ, ਲਾਈਕ ਫ੍ਰੀ ਇਲੈਕਟ੍ਰੋਨਸ ਐਂਡ ਹੋਲਸ। ਇਹਨਾਂ ਨੂੰ ਬੋਲਦੇ ਨੇ ਚਾਰਜ ਕੈਰੀਅਰਸ। ਸੈਮੀ ਕੰਡਕਟਰਸ 'ਚ ਫ੍ਰੀ ਇਲੈਕਟ੍ਰੋਨ ਐਂਡ ਹੋਲਸ ਹੁੰਦੇ ਨੇ ਚਾਰਜ ਕੈਰੀਅਰਸ, ਹੈ ਨਾ। ਤਾਂ ਆਪਾਂ ਨੇ ਪੜ੍ਹਿਆ ਸੀਗਾ ਵੀ ਇੰਟ੍ਰਿੰਸਿਕ ਸੈਮੀ ਕੰਡਕਟਰਸ ਦੀ ਕੰਡਕਟੀਵਿਟੀ ਲੋ ਹੁੰਦੀ ਹੈ। ਜਿਹੜੇ ਇੰਟ੍ਰਿੰਸਿਕ ਸੈਮੀ ਕੰਡਕਟਰਸ ਹੁੰਦੇ ਨੇ ਇਹਨਾਂ ਦੀ ਕੰਡਕਟੀਵਿਟੀ ਲੋ ਹੁੰਦੀ ਹੈ। ਕਿਉਂ? ਕਿਉਂਕਿ ਉਹਨਾਂ ਕੋਲ ਚਾਰਜ ਕੈਰੀਅਰਸ ਦੀ ਗਿਣਤੀ ਘੱਟ ਹੁੰਦੀ ਹੈ। ਨੰਬਰ ਆਫ ਚਾਰਜ ਕੈਰੀਅਰਸ ਸਮੌਲ ਹੁੰਦੇ ਨੇ, ਘੱਟ ਹੁੰਦੇ ਨੇ, ਜਿਸ ਕਰਕੇ ਇੰਟ੍ਰਿੰਸਿਕ ਸੈਮੀ ਕੰਡਕਟਰਸ ਦੀ ਕੰਡਕਟੀਵਿਟੀ ਲੋ ਹੁੰਦੀ ਹੈ ਨਾ। ਇਹਨਾਂ ਦੀ ਕੰਡਕਟੀਵਿਟੀ ਅਸੀਂ ਇਨਕਰੀਜ਼ ਕਰ ਸਕਦੇ, ਵੀ ਕੈਨ ਇਨਕਰੀਜ਼ ਇਟਸ conductivity by increasing ਟੈਂਪਰੇਚਰ ਵਧਾ ਕੇ ਅਸੀਂ ਇਹਨਾਂ ਦੀ ਕੰਡਕਟੀਵਿਟੀ ਵਧਾ ਸਕਦੇ ਹਾਂ, ਹੈ ਨਾ। ਬਟ ਅਸੀਂ ਇਹ ਸਾਡੀ ਲਿਮਿਟੇਸ਼ਨ ਸੀਗੀ ਵੀ ਅਸੀਂ ਜ਼ਿਆਦਾ ਟੈਂਪਰੇਚਰ ਇਨਕਰੀਜ਼ ਨਹੀਂ ਕਰ ਸਕਦੇ। ਅਸੀਂ ਜ਼ਿਆਦਾ ਟੈਂਪਰੇਚਰ ਇਨਕਰੀਜ਼ ਨਹੀਂ ਕਰ ਸਕਦੇ ਕਿਉਂਕਿ ਜ਼ਿਆਦਾ ਟੈਂਪਰੇਚਰ ਵਧਾਉਣ ਨਾਲ ਮੇਬੀ ਸਬਸਟਾਂਸ ਬਰਨ ਹੋ ਜੇ। ਤਾਂ ਦੈਟ ਮੀਨਸ ਇੰਟ੍ਰਿੰਸਿਕ ਸੈਮੀ ਕੰਡਕਟਰਸ ਦੀ ਕੰਡਕਟੀਵਿਟੀ ਲੋ ਹੁੰਦੀ ਹੈ। ਉਹਨਾਂ ਦੀ ਕੰਡਕਟੀਵਿਟੀ ਇਨਕਰੀਜ਼ ਕਰਨ ਵਾਸਤੇ ਅਸੀਂ ਟੈਂਪਰੇਚਰ ਵਧਾ ਸਕਦੇ ਹਾਂ, ਪਰ ਅਸੀਂ ਜ਼ਿਆਦਾ ਟੈਂਪਰੇਚਰ ਨਹੀਂ ਵਧਾ ਸਕਦੇ ਕਿਉਂਕਿ ਸਬਸਟਾਂਸ ਬਰਨ ਹੋ ਸਕਦਾ ਹੈ। ਇਸ ਕਰਕੇ ਅਸੀਂ ਇਹਨਾਂ ਦੀ ਕੰਡਕਟੀਵਿਟੀ ਜ਼ਿਆਦਾ ਇਨਕਰੀਜ਼ ਨਹੀਂ ਕਰ ਸਕਦੇ ਬਾਈ ਇਨਕਰੀਜ਼ਿੰਗ ਟੈਂਪਰੇਚਰ ਇਨਕਰੀਜ਼ ਕਰਕੇ ਅਸੀਂ ਇਹਨਾਂ ਦੀ ਕੰਡਕਟੀਵਿਟੀ ਜ਼ਿਆਦਾ ਇਨਕਰੀਜ਼ ਨਹੀਂ ਕਰ ਸਕਦੇ। ਤਾਂ ਬੇਟਾ ਇਹਨਾਂ ਦੀ ਕੰਡਕਟੀਵਿਟੀ ਇਨਕਰੀਜ਼ ਕਰਨ ਦਾ ਇੱਕ ਅਲਟਰਨੇਟਿਵ ਮੈਥਡ ਲੱਭਿਆ। ਦੈਟ ਮੈਥਡ ਇਜ਼ ਡੋਪਿੰਗ। ਕਹਿੰਦੇ ਇੰਟ੍ਰਿੰਸਿਕ ਸੈਮੀ ਕੰਡਕਟਰਸ 'ਚ impurities ਐਡ ਕਰ ਦਿਓ for increasing their conductivity, we add impurities in intrinsic semiconductors। impurities ਐਡ ਕਰਨ ਦੀ ਪ੍ਰੋਸੈਸ ਨੂੰ ਬੋਲਦੇ ਨੇ ਡੋਪਿੰਗ। that process is known as doping। ਮਤਲਬ that process by which we can add impurities in intrinsic semiconductors for increasing their conductivity। ਉਹਨਾਂ ਦੀ ਕੰਡਕਟੀਵਿਟੀ ਵਧਾਉਣ ਵਾਸਤੇ for increasing their conductivity, ਹੈ ਨਾ, ਅਸੀਂ ਉਹਨਾਂ 'ਚ ਇੰਪਿਉਰਿਟੀਜ਼ ਐਡ ਕਰਾਂਗੇ। ਇੰਪਿਉਰਿਟੀਜ਼ ਐਡ ਕਰਨ ਦੀ ਪ੍ਰੋਸੈਸ ਇਜ਼ ਨੋਨ ਐਜ਼
ਡੋਪਿੰਗ। ਜਿਹੜੀਆਂ ਇੰਪਿਓਰਟੀਜ਼ ਤੁਸੀਂ ਐਡ ਕਰੋਗੇ ਇਹਨਾਂ ਇੰਪਿਓਰਟੀਜ਼ ਨੂੰ ਬੋਲਿਆ ਜਾਂਦਾ ਡੋਪੈਂਟਸ। ਕਲੀਅਰ। ਹੁਣ ਬੇਟਾ ਇੰਪਿਓਰਟੀਜ਼ ਇਹੋ ਜਿਹੀਆਂ ਐਡ ਕਰੋ, ਇੰਪਿਓਰਿਟੀਜ਼ ਇਹੋ ਜਿਹੀਆਂ ਐਡ ਕਰੋ ਜਿਨ੍ਹਾਂ ਦੇ ਨਾਲ ਜਾਂ ਤਾਂ ਇਲੈਕਟ੍ਰੋਨਸ ਫ੍ਰੀ ਹੋ ਜਾਣ ਜਾਂ ਹੋਲਸ ਕ੍ਰੀਏਟ ਹੋ ਜਾਣ, ਹੈ ਨਾ। ਇੰਪਿਓਰਿਟੀਜ਼ ਇਹੋ ਜਿਹੀਆਂ ਐਡ ਕਰੋ ਵਿਚ ਕ੍ਰੀਏਟਸ ਹੋਲਸ ਜਾਂ ਵਿਚ ਮੇਕਸ ਇਲੈਕਟ੍ਰੋਨਸ ਫ੍ਰੀ। ਜਾਂ ਤਾਂ ਇਲੈਕਟ੍ਰੋਨਸ ਕੁਛ ਫ੍ਰੀ ਹੋ ਜਾਣ ਜਾਂ ਹੋਲਸ ਕ੍ਰੀਏਟ ਹੋ ਜਾਣ, ਹੈ ਨਾ। ਇਸ ਕਰਕੇ ਅਸੀਂ ਦੋ ਤਰ੍ਹਾਂ ਦੀਆਂ ਇੰਪਿਓਰਿਟੀਜ਼ ਐਡ ਕਰ ਸਕਦੇ ਹਾਂ, ਇੱਕ ਟਰਾਈਵੈਲੈਂਟ ਇੰਪਿਓਰਿਟੀਜ਼, ਇੱਕ ਪੈਂਟਾਵੈਲੈਂਟ ਇੰਪਿਓਰਿਟੀਜ਼। ਇਹ ਦੋ ਤਰ੍ਹਾਂ ਦੀਆਂ ਇੰਪਿਓਰਿਟੀਜ਼ ਐਡ ਕਰ ਸਕਦੇ। ਟਰਾਈਵੈਲੈਂਟ ਇੰਪਿਓਰਿਟੀਜ਼ ਕਿਹਨੂੰ ਕਹਿੰਦੇ ਨੇ ਬੇਟਾ? ਜਿਸ ਦੇ ਐਟਮ ਕੋਲ 3 ਵੈਲੈਂਸ ਇਲੈਕਟ੍ਰੋਨਸ ਹੋਣ, ਵਿਚ have 3 ਵੈਲੈਂਸ ਇਲੈਕਟ੍ਰੋਨਸ, ਹੈ ਨਾ। ਪੈਂਟਾਵੈਲੈਂਟ ਇੰਪਿਓਰਿਟੀ ਕਹਿੰਦੇ ਨੇ ਉਸ ਐਟਮ ਨੂੰ ਵਿਚ ਹੈਵ 5 ਵੈਲੈਂਸ ਇਲੈਕਟ੍ਰੋਨਸ, 5 ਵੈਲੈਂਸ ਇਲੈਕਟ੍ਰੋਨਸ ਹੋਣ, ਠੀਕ ਹੈ। 3 ਵੈਲੈਂਸ ਇਲੈਕਟ੍ਰੋਨਸ ਵਾਲੀ ਕੋਈ ਐਗਜ਼ਾਮਪਲ ਦਿਓ, ਲਾਈਕ ਜਿਸ 'ਚ 3 ਵੈਲੈਂਸ ਇਲੈਕਟ੍ਰੋਨਸ ਹੋਣ, ਲਾਈਕ ਬੋਰੋਨ, ਹੈ ਨਾ। ਹੋਰ ਕੋਈ ਐਗਜ਼ਾਮਪਲ ਦਿਓ, ਅਲਮੀਨੀਅਮ। ਹੋਰ ਕੋਈ ਐਗਜ਼ਾਮਪਲ ਦਿਓ ਜਿਸ 'ਚ 3 ਵੈਲੈਂਸ ਇਲੈਕਟ੍ਰੋਨਸ ਹੋਣ, ਬੋਰੋਨ, ਅਲਮੀਨੀਅਮ, ਗੈਲੀਅਮ, ਥੇਲੀਅਮ, ਇੰਡੀਅਮ। these are the examples of trivalent impurities. pentavalent impurities like phosphorus, ਨਾਈਟ੍ਰੋਜਨ ਨਹੀਂ ਕਹਿ ਸਕਦੇ, ਨਾਈਟ੍ਰੋਜਨ ਤਾਂ ਗੈਸ ਹੁੰਦੀ ਹੈ, ਤੁਸੀਂ ਉਹ ਐਡ ਹੀ ਨਹੀਂ ਕਰ ਸਕਦੇ। ਜੇ ਐਡ ਕਰਨ ਦੀ ਕੋਸ਼ਿਸ਼ ਕਰੋਗੇ ਉਹ ਉੱਡ ਜੂਗੀ, ਨਾਈਟ੍ਰੋਜਨ ਨਹੀਂ ਲੈਣੀ। ਫੋਸਫੋਰਸ, ਹੋਰ ਫੋਸਫੋਰਸ ਤੋਂ ਬਾਅਦ ਆਰਸੈਨਿਕ, ਐਂਟੀਮਨੀ, ਬਿਸਮਥ, ਹੈ ਨਾ ਬੇਟਾ। ਇਹ 5 ਪੈਂਟਾਵੈਲੈਂਟ ਇੰਪਿਓਰਿਟੀਜ਼ ਹੈ। ਚਲੋ ਇਹਨਾਂ 'ਚੋਂ ਇੱਕ ਦੀ ਐਗਜ਼ਾਮਪਲ ਲੈ ਲੈਂਦੇ ਹਾਂ, ਲਾਈਕ ਇੰਡੀਅਮ। ਇਸ ਕੋਲ 3 ਵੈਲੈਂਸ ਇਲੈਕਟ੍ਰੋਨਸ ਹੁੰਦੇ ਨੇ ਐਂਡ ਲਾਈਕ ਇਸ 'ਚੋਂ ਕੋਈ ਐਗਜ਼ਾਮਪਲ ਲੈ ਲਓ, ਲਾਈਕ ਆਰਸੈਨਿਕ, ਇਟ ਕੰਟੇਨਸ 5 ਵੈਲੈਂਸ ਇਲੈਕਟ੍ਰੋਨਸ, ਠੀਕ ਹੈ। ਇਹ ਵਾਲੀਆਂ ਇੰਪਿਓਰਿਟੀਜ਼ ਐਡ ਕਰਕੇ ਬੇਟਾ, ਇਹ ਵਾਲੀਆਂ ਇੰਪਿਓਰਿਟੀਜ਼ ਐਡ ਕਰਕੇ ਅਸੀਂ, ਹੈ ਨਾ, ਇੰਟ੍ਰਿੰਸਿਕ ਸੈਮੀਕੰਡਕਟਰਸ ਦੀ ਕੰਡਕਟੀਵਿਟੀ ਵਧਾ ਸਕਦੇ। ਤਾਂ ਇੰਟ੍ਰਿੰਸਿਕ ਸੈਮੀਕੰਡਕਟਰਸ ਦੀ ਕੰਡਕਟੀਵਿਟੀ ਵਧਾਉਣ ਵਾਸਤੇ ਅਸੀਂ ਉਹਨਾਂ 'ਚ ਇੰਪਿਓਰਿਟੀਜ਼ ਐਡ ਕਰਦੇ ਹਾਂ। ਇੰਪਿਓਰਿਟੀਜ਼ ਐਡ ਕਰਨ ਦੀ ਪ੍ਰੋਸੈਸ ਨੂੰ ਅਸੀਂ ਬੋਲਦੇ ਹਾਂ ਡੋਪਿੰਗ, ਐਂਡ ਜਿਹੜੇ ਇੰਪਿਓਰਿਟੀ ਆਈਟਮਸ ਐਡ ਕਰਦੇ ਹਾਂ ਇਹਨਾਂ ਨੂੰ ਬੋਲਦੇ ਹਾਂ ਡੋਪੈਂਟਸ, ਠੀਕ ਹੈ। ਕਿੰਨੇ ਤਰ੍ਹਾਂ ਦੀਆਂ ਇੰਪਿਓਰਿਟੀਜ਼ ਐਡ ਕਰ ਸਕਦੇ ਹੋ ਬੇਟਾ? ਤੁਸੀਂ ਦੋ ਤਰ੍ਹਾਂ ਦੀਆਂ ਇੰਪਿਓਰਿਟੀਜ਼ ਐਡ ਕਰ ਸਕਦੇ ਹੋ, ਟਰਾਈਵੈਲੈਂਟ ਜਾਂ ਪੈਂਟਾਵੈਲੈਂਟ। ਟਰਾਈਵੈਲੈਂਟ ਇੰਪਿਓਰਿਟੀਜ਼ ਐਡ ਕਰਨ ਨਾਲ ਹੋਲਸ ਕ੍ਰੀਏਟ ਹੁੰਦੀਆਂ ਨੇ, ਪੈਂਟਾਵੈਲੈਂਟ ਇੰਪਿਓਰਿਟੀ ਆਈਟਮਸ ਐਡ ਕਰਨ ਨਾਲ ਇਲੈਕਟ੍ਰੋਨਸ ਫ੍ਰੀ ਹੁੰਦੇ ਨੇ। ਅਤੇ ਦੋ ਤਰ੍ਹਾਂ ਦੇ ਇੰਪਿਓਰਿਟੀ ਆਈਟਮਸ ਤੁਸੀਂ ਐਡ ਕਰ ਸਕਦੇ ਹੋ ਬੇਟਾ, ਕਲੀਅਰ। ਟਰਾਈਵੈਲੈਂਟ ਇੰਪਿਓਰਿਟੀਜ਼ ਦਾ ਇੱਕ ਨਾਮ ਹੋਰ ਵੀ ਹੈ, ਟਰਾਈਵੈਲੈਂਟ ਇੰਪਿਓਰਿਟੀਜ਼ ਆਰ ਆਲਸੋ ਨੋਨ ਐਜ਼ ਅਸੈਪਟਰ ਇੰਪਿਓਰਿਟੀਜ਼, and pentavalent impurities are also known as donor impurities, ਠੀਕ ਹੈ। ਇਹਨਾਂ ਨੂੰ ਅਸੈਪਟਰ ਇੰਪਿਓਰਿਟੀਜ਼ ਅਤੇ ਇਹਨਾਂ ਨੂੰ ਡੋਨਰ ਇੰਪਿਓਰਿਟੀਜ਼ ਕਿਉਂ ਕਹਿੰਦੇ ਨੇ? ਸੁਣੋ, ਕਿਉਂਕਿ ਆਪਾਂ ਨੂੰ ਪਤਾ ਹੈ ਬੇਟਾ ਵੀ ਸਿਲੀਕੋਨ ਜਿਹੜਾ ਹੁੰਦਾ, ਸਿਲੀਕੋਨ ਜਾਂ ਜਰਮੇਨੀਅਮ, ਇਟ ਹੈਵ 4 ਇਲੈਕਟ੍ਰੋਨਸ, ਐਂਡ 4 ਦੇ 4 ਇਲੈਕਟ੍ਰੋਨਸ ਨੇਬਰਸ ਨਾਲ ਇਹਨਾਂ ਨੇ ਸ਼ੇਅਰ ਕੀਤੇ ਹੁੰਦੇ ਨੇ ਵਿਦ ਦ ਹੈਲਪ ਆਫ ਕੋਵਲੈਂਟ ਬੌਂਡ, ਜਿਸ ਕਰਕੇ ਕੋਈ ਵੀ ਇਲੈਕਟ੍ਰੋਨ ਫ੍ਰੀ ਨਹੀਂ ਹੁੰਦਾ, ਹੈ ਨਾ। ਤਾਂ ਜਦੋਂ ਅਸੀਂ ਇਸ ਦੇ ਵਿੱਚ ਇੰਪਿਓਰਿਟੀ ਆਈਟਮ ਇੰਡੀਅਮ ਐਟਮ ਐਡ ਕਰਾਂਗੇ, ਮੰਨ ਲਓ ਤੁਸੀਂ ਆਹ ਸਿਲੀਕੋਨ ਦੀ ਜਗ੍ਹਾ ਇੰਡੀਅਮ ਐਟਮ ਐਡ ਕੀਤਾ, ਹੈ ਨਾ, ਇੱਥੇ ਇੰਡੀਅਮ ਐਟਮ ਐਡ ਕਰੋਗੇ ਤਾਂ ਇੰਡੀਅਮ ਕੋਲ ਕਿੰਨੇ ਵੈਲੈਂਸ ਇਲੈਕਟ੍ਰੋਨਸ ਨੇ? 3 ਕੋਵਲੈਂਟ ਬੌਂਡ ਪੂਰੇ ਹੋ ਜਾਣਗੇ, ਚੌਥਾ ਕੋਵਲੈਂਟ ਬੌਂਡ ਇਨਕੰਪਲੀਟ ਰਹਿ ਜਾਏਗਾ। ਮਤਲਬ ਅਸੀਂ ਇੰਡੀਅਮ ਨੂੰ ਜਦੋਂ ਸਿਲੀਕੋਨ ਦੀ ਜਗ੍ਹਾ ਰੱਖਾਂਗੇ, ਇੱਥੇ ਸਿਲੀਕੋਨ ਹਟਾ ਕੇ ਕੀ ਰੱਖਾਂਗੇ? ਇੰਡੀਅਮ, ਹੈ ਨਾ। ਕੀ ਰੱਖੋਗੇ ਬੇਟਾ? ਇੰਡੀਅਮ। ਇੰਡੀਅਮ ਰੱਖੋਗੇ ਲਾਈਕ ਦਿਸ, ਹੈ ਨਾ। ਤਾਂ ਇੰਡੀਅਮ ਕੋਲ 3 ਵੈਲੈਂਸ ਇਲੈਕਟ੍ਰੋਨਸ ਸੀ, 3 ਵੈਲੈਂਸ ਇਲੈਕਟ੍ਰੋਨਸ ਵਾਲੇ 3 ਕੋਵਲੈਂਟ ਬੌਂਡ ਤਾਂ ਪੂਰੇ ਹੋ ਜਾਣਗੇ, ਬਟ ਚੌਥਾ ਕੋਵਲੈਂਟ ਬੌਂਡ ਇਨਕੰਪਲੀਟ ਰਹੇਗਾ, ਜਿੱਥੇ ਕੀ ਕ੍ਰੀਏਟ ਹੋ ਜਾਏਗਾ? ਹੋਲ, ਉੱਥੇ ਹੋਲ ਬਣ ਜਾਏਗਾ। ਮਤਲਬ ਹਰ ਟਰਾਈਵੈਲੈਂਟ ਇੰਪਿਓਰਿਟੀ ਆਈਟਮ ਇੱਕ ਹੋਲ ਕ੍ਰੀਏਟ ਕਰਦਾ,
हर ट्राईवेलेंट इंप्योरिटी एटम की क्रिएट करता बेटा, एक होल क्रिएट करता। समझ गए? हर ट्राईवेलेंट इंप्योरिटी एटम की क्रिएट करता बेटा, एक होल। होल्स का काम होंगे इलैक्ट्रॉन्स नू अट्रैक्ट करना, इलैक्ट्रॉन्स नू असैप्ट करना, खिंचना, है ना। तो जी इंडियम एटम्स ने लाइक ट्राईवेलेंट इंप्योरिटी एटम्स हैं, ट्राईवेलेंट इंप्योरिटी एटम्स एक की क्रिएट करते हैं बेटा, होल्स। एंड होल्स का काम होंगे इलैक्ट्रॉन असैप्ट करना, खिंचना। दैट्स वाई ट्राईवेलेंट इंप्योरिटीज आर आल्सो नोन एज असैप्टर इंप्योरिटीज। सिमिलरली अगर आप सिलिकॉन, जिमें सिलिकॉन हैव 4 वैलेंस इलैक्ट्रॉन्स विच आर बाउंडेड विद द ਨੇਬਰਿੰਗ ਸਿਲੀਕੋਨ ਐਟਮਸ ਵਿਦ ਦਾ ਹੈਲਪ ਆਫ ਕੋਵਲੈਂਟ ਬੌਂਡ। ਅਸੀਂ ਜਦੋਂ ਇਸ ਦੇ ਵਿੱਚ ਆਰਸੈਨਿਕ ਐਡ ਕਰਾਂਗੇ, ਇੱਥੇ ਸਿਲੀਕੋਨ ਦੀ ਜਗ੍ਹਾ ਕੀ ਕਰਤਾ ਬੇਟਾ, ਆਰਸੈਨਿਕ ਐਡ ਕਰਤਾ। ਆਰਸੈਨਿਕ ਕੋਲ ਕਿੰਨੇ ਵੈਲੈਂਸ ਇਲੈਕਟ੍ਰੋਨਸ ਹੈ, 5। 5 ਚੋਂ 4 ਵੈਲੈਂਸ ਇਲੈਕਟ੍ਰੋਨਸ ਤਾਂ 4 ਕੋਵਲੈਂਟ ਬੌਂਡਸ ਕੰਪਲੀਟ ਕਰ ਦੇਣਗੇ, ਕੋਈ ਹੋਲ ਨਹੀਂ ਕ੍ਰੀਏਟ ਹੋਣੀ। ਜਿਹੜਾ ਪੰਜਵਾਂ ਇਲੈਕਟ੍ਰੋਨ ਹੈ, 5th ਇਲੈਕਟ੍ਰੋਨ, ਇਹ 5th ਇਲੈਕਟ੍ਰੋਨ ਨੂੰ ਆਰਸੈਨਿਕ ਐਟਮ ਡੋਨੇਟ ਕਰ ਦੇਗਾ, ਸਬਸਟਾਂਸ ਕ੍ਰਿਸਟਲ ਨੂੰ ਡੋਨੇਟ ਕਰ ਦੇਗਾ। अपना 5th इलैक्ट्रॉन एक क्रिस्टल ਨੂੰ डोनेट कर देगा। ये इलैक्ट्रॉन है ना इलैक्ट्रिसिटी कंडक्ट करने च हेल्प करेगा, क्योंकि ये इलैक्ट्रॉन फ्री होएगा, है ना। तो हर पेंटावेलेंट इंप्योरिटी एटम, हर पेंटावेलेंट इंप्योरिटी एटम की प्रोड्यूस कर दिया बेटा फ्री इलैक्ट्रॉन्स। हर पेंटावेलेंट इंप्योरिटी एटम की प्रोड्यूस कर दिया बेटा फ्री इलैक्ट्रॉन्स। जिन्ने पेंटावेलेंट इंप्योरिटी एटम्स ऐड करोगे उन्ने इलैक्ट्रॉन्स फ्री हो जाएंगे, है ना। ट्राईवेलेंट इंप्योरिटी की क्रिएट कर दिया बेटा, होल्स। होल्स का काम है इलैक्ट्रॉन्स अट्रैक्ट करना, खिंचना, असैप्ट करना। दैट्स वाई ट्राईवेलेंट इंप्योरिटीज आर आल्सो नोन एज असैप्टर इंप्योरिटीज। बट पेंटावेलेंट इंप्योरिटीज अपना एक इलैक्ट्रॉन डोनेट कर देंगे ने, दैट्स वाई दीज आर नोन एज डोनर इंप्योरिटीज। तो याद रखना बेटा भी पेंटावेलेंट इंप्योरिटीज अपना एक इलैक्ट्रॉन डोनेट कर देंगे ने। 4 इलैक्ट्रॉन्स तो 4 कोवलेंट बॉन्ड बनाने यूज़ हो जाते हैं, एक इलैक्ट्रॉन जो फ्री बचता है उन्होंने ये डोनेट कर देंगे ने। इस करके पेंटावेलेंट इंप्योरिटीज़ नूं डोनर इंप्योरिटीज़ कहते हैं। एंड ट्राईवेलेंट इंप्योरिटीज़ एटम ऐड करने नाल होल्स क्रिएट होंदे ने। होल्स का काम इलैक्ट्रॉन असैप्ट करना है। होल कैरीज पॉजिटिव चार्ज, इन्हां दा काम है भी कितों इलैक्ट्रॉन आ जाए, इलैक्ट्रॉन असैप्ट करते हैं। दैट्स वाई दीज आर नोन एज असैप्टर इंप्योरिटीज़। ये 2 तरह की इंप्योरिटीज़ तुसीं ऐड कर सकते हो बेटा, ठीक है। इंप्योरिटीज़ ऐड करन दियां कुछ कंडीशनस होंदियां ने। कंडीशंस फॉर एडिंग इंप्योरिटीज़, ठीक है। भी इंप्योरिटीज़ ऐड करने वास्ते सानू किस किस कंडीशन का ख्याल रखना पैना है, ओके। सब तो फर्स्ट कंडीशन ये भी जिहड़ा इंप्योरिटी एटम तुसीं ऐड करोगे वो सिलिकॉन एटम नूं रिप्लेस करेगा। मतलब जिमें सपोज करो आ सिलिकॉन एटम का क्रिस्टल है, ये कल स्ट्रक्चर किया सी ना आपां ने, ये सिलिकॉन एटम का क्रिस्टल है। जिहड़ा इंप्योरिटी एटम तुसीं ऐड करोगे बेटा वो इंटरस्टिशियल साइड च नहीं जाएगा। इंप्योरिटी एटम इंटरस्टिशियल साइड च नहीं जाएगा, वो सिलिकॉन एटम नूं रिप्लेस करेगा, इनू हटा देगा, इहदी जगह आप आ जाएगा। चाहे ट्राईवेलेंट इंप्योरिटी है चाहे पेंटावेलेंट इंप्योरिटी है, क्लीयर। वो कदे भी इंटरस्टिशियल साइड च नहीं जाएगा, और डायरैक्ट सिलिकॉन एटम नूं रिप्लेस करेगा, इहदी जगह आप आ जाएगा लाइक दिस, है ना। मान लो पेंटावेलेंट इंप्योरिटी आई है, इन्हें 4 कोवलेंट बॉन्ड पूरे कर देने, 5वां इलैक्ट्रॉन फ्री कर देना, है ना। मान लो ट्राईवेलेंट इंप्योरिटी आई है ना, सिलिकॉन एटम नूं रिप्लेस करता ट्राईवेलेंट इंप्योरिटी इंडियम ने, तो 3 कोवलेंट बॉन्ड क्रिएट। ट्राईवेलेंट इंप्योरिटी को 3 इलैक्ट्रॉन होंगे ने ना, 3 कोवलेंट बॉन्ड पूरे हो जाएंगे, 4th कोवलेंट बॉन्ड ते की क्रिएट हो जाएगी बेटा, होल। मतलब वो इंटरस्टिशियल साइड च नहीं जाएगा। इंप्योरिटी एटम इंटरस्टिशियल साइड च नहीं जाना चाहिए। क्रिस्टल एटम, क्रिस्टल का जो एटम है उन्होंने रिप्लेस करेगा, सिलिकॉन एटम नूं या जर्मेनियम एटम नूं रिप्लेस करके आप वो जगह लेगा, ठीक है। ये फर्स्ट कंडीशन है। सैकेंड कंडीशन यह है बेटा भी जो इंप्योरिटी एटम का साइज़ है वो क्रिस्टल एटम के साइज़ के कंपैरेटिव होना चाहिए। भी जिन्ना साइज़ क्रिस्टल एटम का, जिन्ना साइज़ क्रिस्टल के एटम का है ना, इस मटीरीयल दे, इस मटीरीयल नूं मैं क्रिस्टल बोल रहा, दैट मटीरीयल इज़ क्रिस्टल, है ना। तो जिहड़ा जिन्ना साइज़ इस मटीरीयल के एटम का उन्ना साइज़ इंप्योरिटी एटम का होना चाहिए, या नेड़े तेड़े होना चाहिए। इंप्योरिटी एटम ना बहुत ज़्यादा छोटा होना चाहिए इस नालों, ना बहुत ज़्यादा वड्डा होना चाहिए। जे वड्डा होया तो फिट नहीं आना, जे छोटा होया तो लूज रहेगा, है ना।
ਕਿਉਂਕਿ ਇੰਪਿਓਰਟੀ ਐਟਮ ਨੇ ਕ੍ਰਿਸਟਲ ਐਟਮ ਨੂੰ ਰਿਪਲੇਸ ਕਰਨਾ ਹੈ ਨਾ, ਤਾਂ ਜਿੰਨਾ ਕੁ ਸਾਈਜ਼ ਕ੍ਰਿਸਟਲ ਐਟਮ ਦਾ ਹੋਣਾ ਚਾਹੀਦਾ ਹੈ, ਜਿੰਨਾ ਕੁ ਸਾਈਜ਼ ਸਿਲੀਕੋਨ ਐਟਮ ਦਾ ਹੋਣਾ ਚਾਹੀਦਾ ਹੈ, ਉਨਾ ਕੁ ਇੰਪਿਓਰਟੀ ਐਟਮ ਦਾ ਸਾਈਜ਼ ਹੋਣਾ ਚਾਹੀਦਾ ਹੈ। ਜੇ ਇੰਪਿਓਰਟੀ ਐਟਮ ਛੋਟਾ ਹੋਇਆ ਤਾਂ ਉਹ ਲੂਜ਼ ਰਹੇਗਾ, ਜੇ ਵੱਡਾ ਹੋਇਆ ਤਾਂ ਫਿਰ ਫਿੱਟ ਨਹੀਂ ਆਉਣਾ, ਹੈ ਨਾ। ਤਾਂ ਸਾਈਜ਼ ਆਫ ਇੰਪਿਓਰਿਟੀ ਐਟਮ ਮਸਟ ਬੀ ਸਿਮਿਲਰ ਟੂ ਦ ਸਾਈਜ਼ ਆਫ ਦ ਸਿਲੀਕੋਨ ਐਟਮ। ਠੀਕ ਹੈ, ਪਹਿਲੀ ਕੰਡੀਸ਼ਨ ਕੀ ਦੱਸੀ ਸੀਗੀ, ਇੰਪਿਓਰਟੀ ਐਟਮ ਇੰਟਰਸਟੀਸ਼ੀਅਲ ਸਾਈਟ 'ਚ ਨਹੀਂ ਜਾਣਾ ਚਾਹੀਦਾ। ਜੇ ਇੰਪਿਓਰਟੀ ਐਟਮ ਇੰਟਰਸਟੀਸ਼ੀਅਲ ਸਾਈਟ 'ਚ ਜਾਂਦਾ ਤਾਂ ਉਹ ਵੇਸਟ ਹੈ। ਇੰਪਿਓਰਟੀ ਐਟਮ ਕ੍ਰਿਸਟਲ ਦੇ ਐਟਮ ਨੂੰ ਰਿਪਲੇਸ ਕਰਕੇ ਉਹਦੀ ਜਗ੍ਹਾ ਆਪ ਲਏਗਾ। ਦੂਸਰਾ ਮੈਂ ਤੁਹਾਨੂੰ ਦੱਸਿਆ ਜਿੰਨਾ ਕੁ ਸਾਈਜ਼ ਕ੍ਰਿਸਟਲ ਦੇ ਐਟਮ ਦਾ ਉਨਾ ਕੁ ਸਾਈਜ਼ ਇੰਪਿਓਰਟੀ ਐਟਮ ਦਾ ਹੋਣਾ ਚਾਹੀਦਾ। ਐਂਡ ਤੀਸਰੀ ਕੰਡੀਸ਼ਨ ਬੇਟਾ ਇਹ ਹੈ ਨਾ ਵੀ ਇੰਪਿਓਰਟੀ ਐਟਮਸ ਦੀ ਕੰਸਨਟ੍ਰੇਸ਼ਨ ਆਫ ਇੰਪਿਓਰਿਟੀ ਐਟਮਸ 1 ppm ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। 1 ppm ਹੁੰਦਾ 1 ਪਾਰਟ ਪਰ ਮਿਲੀਅਨ। ਮਤਲਬ ਜੇ ਸਿਲੀਕੋਨ ਐਟਮਸ ਮਿਲੀਅਨ ਨੇ, ਹੈ ਨਾ, ਤਾਂ ਫਿਰ ਇੰਪਿਓਰਿਟੀ ਐਟਮਸ ਇਹਦਾ 1 ਪਾਰਟ ਹੋਣੇ ਚਾਹੀਦੇ ਨੇ, ਲਾਈਕ ਦਿਸ। ਕਲੀਅਰ? ਅਗਰ ਸਿਲੀਕੋਨ ਐਟਮਸ ਮਿਲੀਅਨ ਨੇ, ਹੈ ਨਾ, 1 ਮਿਲੀਅਨ, ਤਾਂ ਇੰਪਿਓਰਿਟੀ ਐਟਮ ਉਹਦਾ 1 ਪਾਰਟ ਮਤਲਬ 1% ਹੋਣੇ ਚਾਹੀਦੇ ਨੇ। ਐਗਰੀਡ ਬੇਟਾ? ਸਮਝ ਆ ਗਈ? ਮਤਲਬ ਕੰਸਨਟ੍ਰੇਸ਼ਨ 1 ਪਾਰਟ ਪਰ ਮਿਲੀਅਨ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਮਤਲਬ ਠੀਕ ਹੈ, ਮੰਨਿਆ ਵੀ ਅਸੀਂ ਸਿਲੀਕੋਨ ਐਟਮ ਵੀ ਇੱਕ ਜਿਹੜਾ ਇੰਟ੍ਰਿੰਸਿਕ ਸੈਮੀ ਕੰਡਕਟਰ ਸੀ ਇਹਦੀ ਕੰਡਕਟੀਵਿਟੀ ਲੋ ਸੀ, ਦੈਟਸ ਵਾਈ ਅਸੀਂ ਇਸ 'ਚ ਕੀ ਐਡ ਕਰ ਰਹੇ ਹਾਂ, ਇੰਪਿਓਰਟੀ ਐਟਮਸ ਐਡ ਕਰਨ ਨਾਲ ਜਾਂ ਹੋਲਸ ਕ੍ਰੀਏਟ ਹੋ ਜਾਣਗੇ ਜਾਂ ਇਲੈਕਟ੍ਰੋਨਸ ਫ੍ਰੀ ਹੋ ਜਾਣਗੇ। ਜੇ ਤਾਂ ਟਰਾਈਵੈਲੈਂਟ ਇੰਪਿਓਰਟੀਜ਼ ਐਟਮ ਐਡ ਹੋਏ ਤਾਂ ਹੋਲਸ ਕ੍ਰੀਏਟ ਹੋ ਜਾਣਗੇ। ਜੇ ਪੈਂਟਾਵੈਲੈਂਟ ਇੰਪਿਓਰਟੀ ਐਟਮਸ ਐਡ ਕੀਤੇ ਤਾਂ ਇਲੈਕਟ੍ਰੋਨਸ ਫ੍ਰੀ ਹੋ ਜਾਣਗੇ। ਹੋਲਸ ਦੇ ਨਾਲ ਵੀ ਕੰਡਕਟੀਵਿਟੀ ਇਨਕਰੀਜ਼ ਹੋਏਗੀ, ਇਲੈਕਟ੍ਰੋਨਸ ਦੇ ਨਾਲ ਵੀ ਕੰਡਕਟੀਵਿਟੀ ਇਨਕਰੀਜ਼ ਹੋਏਗੀ, ਹੈ ਨਾ। ਤਾਂ ਆਪਾਂ ਨੂੰ ਪਤਾ ਵੀ ਹਰ ਇੰਪਿਓਰਟੀ ਐਟਮ ਜਾਂ ਹੋਲ ਕ੍ਰੀਏਟ ਕਰੇਗਾ ਜਾਂ ਇਲੈਕਟ੍ਰੋਨ ਫ੍ਰੀ ਕਰੇਗਾ, ਜਿਸ ਨਾਲ ਕੰਡਕਟੀਵਿਟੀ ਗੋਜ਼ ਔਨ ਇਨਕਰੀਜ਼, ਹੈ ਨਾ। ਤਾਂ ਲਾਲਚ 'ਚ ਆ ਕੇ ਆਪਾਂ ਨੇ ਇਹ ਨਹੀਂ ਸੋਚਣਾ ਵੀ ਆਪਾਂ ਸਾਰੇ ਹੀ ਜੇ ਇੰਪਿਓਰਟੀ ਐਟਮ ਐਡ ਕਰ ਦਈਏ। ਬੇਟਾ ਜੇ ਤੁਸੀਂ ਸਾਰੇ ਹੀ ਇੰਪਿਓਰਟੀ ਐਟਮ ਐਡ ਕਰ ਦੋਗੇ ਤਾਂ ਇੱਕ ਜਿਹੜਾ ਸਟਰਕਚਰ ਹੈ ਇਹ ਸਿਲੀਕੋਨ ਦਾ ਥੋੜ੍ਹੀ ਵੱਜੇਗਾ, ਇਹ ਤਾਂ ਉਹ ਇੰਪਿਓਰਟੀ ਐਟਮਸ ਦਾ ਹੋ ਜਾਏਗਾ ਸਟਰਕਚਰ। ਤੁਸੀਂ ਇਸ ਮਟੀਰੀਅਲ ਨੂੰ ਸੈਮੀ ਕੰਡਕਟਰ ਮਟੀਰੀਅਲ ਕਹਿ ਹੀ ਨਹੀਂ ਪਾਓਗੇ, ਹੈ ਨਾ। ਸੈਮੀ ਕੰਡਕਟਰ ਮਟੀਰੀਅਲ ਤਾਂ ਸਿਲੀਕੋਨ ਜਾਂ ਜਰਮੇਨੀਅਮ ਦੇ ਬਣੇ ਹੁੰਦੇ ਨੇ ਨਾ, ਇੰਡੀਅਮ ਥੇਲੀਅਮ ਇਹਨਾਂ ਦੇ ਥੋੜ੍ਹੀ ਬਣੇ ਹੁੰਦੇ ਨੇ। ਕਲੀਅਰ? ਤਾਂ ਇੰਪਿਓਰਟੀ ਐਟਮ ਤੁਸੀਂ ਐਡ ਕਰਨਾ, ਠੀਕ ਹੈ, ਐਡ ਕਰਨਾ ਕੰਡਕਟੀਵਿਟੀ ਇਨਕਰੀਜ਼ ਕਰਨ ਵਾਸਤੇ, ਪਰ ਐਵੇਂ ਨਹੀਂ ਗਾ ਵੀ ਤੁਸੀਂ ਸਾਰੇ ਹੀ ਇੰਪਿਓਰਟੀ ਐਟਮ ਐਡ ਕਰ ਦਿਓ ਲਾਲਚ ਜਾ ਕੇ ਵੀ ਹਾਂ ਵੀ ਇੱਕ ਇੰਪਿਓਰਟੀ ਐਟਮ ਨਾਲ ਇੱਕ ਹੋਲ ਕ੍ਰੀਏਟ ਹੁੰਦਾ, 10 ਇੰਪਿਓਰਟੀ ਐਟਮ ਨਾਲ 10 ਹੋਲ ਕ੍ਰੀਏਟ ਹੁੰਦੇ ਨੇ, ਹੈ ਨਾ। 100 ਇੰਪਿਓਰਟੀ ਐਟਮਸ ਨਾਲ 100 ਹੋਲਸ ਕ੍ਰੀਏਟ ਹੋਣਗੇ, ਹੈ ਨਾ। ਤਾਂ ਅਸੀਂ ਵੀ ਜਿਵੇਂ ਇੰਪਿਓਰਟੀ ਐਟਮਸ ਵਧਾਈ ਆਵਾਂਗੇ, ਹੋਲਸ ਦੀ ਗਿਣਤੀ ਜਾਂ ਇਲੈਕਟ੍ਰੋਨਸ ਦੀ ਗਿਣਤੀ ਵਧੀ ਜਾਏਗੀ। ਲਾਲਚ 'ਚ ਆ ਕੇ, ਹੈ ਨਾ, ਕਿਤੇ ਸਾਰੇ ਹੀ ਇੰਪਿਓਰਟੀ ਐਟਮਸ ਕਰ ਦਿਓ। ਜੇ ਤੁਸੀਂ ਸਾਰੇ ਹੀ ਇੰਪਿਓਰਟੀ ਐਟਮਸ ਕਰ ਦੋਗੇ ਫਿਰ ਇਹ ਸੈਮੀ ਕੰਡਕਟਰ ਮਟੀਰੀਅਲ ਹੀ ਨਹੀਂ ਰਹਿਣਾ, ਇਹਦੀਆਂ ਪ੍ਰੋਪਰਟੀਜ਼ ਚੇਂਜ ਹੋ ਜਾਣਗੀਆਂ, ਇਹਨੇ ਸੈਮੀ ਕੰਡਕਟਰ ਵਾਲੀਆਂ ਪ੍ਰੋਪਰਟੀਜ਼ ਹੀ ਨਹੀਂ ਦੇਣੀਆਂ ਹੈਗੀਆਂ। ਕਲੀਅਰ? ਵੈਸੇ ਵੀ ਇਹ ਹੁੰਦਾ ਨਾ ਬੇਟਾ ਵੀ ਅਗਰ ਆਪਾਂ ਮਤਲਬ ਜੇ ਆਪਾਂ ਕੰਡਕਟੀਵਿਟੀ ਵਧਾਉਣ ਵਾਸਤੇ ਅਸੀਂ ਹੋਲਸ ਵਧਾ ਸਕਦੇ ਹਾਂ, ਇਲੈਕਟ੍ਰੋਨਸ ਵਧਾ ਸਕਦੇ ਹਾਂ, ਹੈ ਨਾ, ਜਿਸ ਕਰਕੇ ਅਸੀਂ ਟਰਾਈਵੈਲੈਂਟ ਇੰਪਿਓਰਟੀਜ਼ ਐਡ ਕਰ ਸਕਦੇ ਹਾਂ, ਪੈਂਟਾਵੈਲੈਂਟ ਇੰਪਿਓਰਟੀਜ਼ ਐਡ ਕਰ ਸਕਦੇ ਹਾਂ, ਹੈ ਨਾ। ਬਟ ਉਹ ਇੰਪਿਓਰਟੀ ਐਟਮਸ ਦੀ ਕੰਸਨਟ੍ਰੇਸ਼ਨ 1 ppm ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਐਵੇਂ ਨਹੀਂ ਹੋਣਾ ਚਾਹੀਦਾ ਵੀ ਸਾਰੇ ਹੀ ਇੰਪਿਓਰਟੀ ਐਟਮਸ ਹੋਣ, ਸਿਲੀਕੋਨ ਐਟਮਸ ਘੱਟ ਹੋਣ, ਇੰਪਿਓਰਟੀ ਐਟਮਸ ਜ਼ਿਆਦਾ ਹੋਣ, ਫਿਰ ਉਹ ਸਬਸਟਾਂਸ ਵਰਕ ਨਹੀਂ ਕਰੇਗਾ ਬੇਟਾ। ਕਲੀਅਰ? ਮੈਂ ਤੁਹਾਨੂੰ 3 ਕੰਡੀਸ਼ਨਸ ਦੱਸੀਆਂ ਨੇ ਬੇਟਾ ਡੋਪਿੰਗ ਕਰਨ ਦੀਆਂ, ਹੈ ਨਾ। ਡੋਪਿੰਗ ਕਰਨ ਦੀਆਂ 3 ਕੰਡੀਸ਼ਨਸ ਮੈਂ ਤੁਹਾਨੂੰ ਕੀ ਦੱਸੀਆਂ ਨੇ, ਕੰਡੀਸ਼ਨਸ ਫੋਰ ਐਡਿੰਗ ਇੰਪਿਓਰਿਟੀ ਐਟਮਸ। ਫਟਾਫਟ ਦੱਸਿਓ ਕੀ ਕੰਡੀਸ਼ਨਸ ਦੱਸੀਆਂ ਨੇ। ਫਸਟ ਕੰਡੀਸ਼ਨ ਕੀ ਦੱਸੀ ਹੈ ਵੀ ਇੱਕ ਤਾਂ ਜਿਹੜਾ ਇੰਪਿਓਰਟੀ ਐਟਮ ਤੁਸੀਂ ਐਡ ਕਰੋਗੇ, ਹੈ ਨਾ, ਇੰਪਿਓਰਟੀ ਐਟਮ ਤੁਸੀਂ ਐਡ ਕਰੋਗੇ ਉਹ ਇੰਟਰਸਟੀਸ਼ੀਅਲ ਸਾਈਟ 'ਚ ਨਾ ਜਾ ਕੇ ਕ੍ਰਿਸਟਲ ਦੇ ਐਟਮ ਨੂੰ ਰਿਪਲੇਸ ਕਰੇਗਾ, ਆਪ ਉਹਦੀ ਜਗ੍ਹਾ ਲਏਗਾ। ਦੂਸਰਾ ਵੀ ਜਿਹੜਾ ਇੰਪਿਓਰਟੀ ਐਟਮ ਦਾ ਸਾਈਜ਼ ਹੈ ਉਹ ਕ੍ਰਿਸਟਲ ਐਟਮ ਦੇ ਸਾਈਜ਼ ਦੇ ਕੀ ਹੋਣਾ ਚਾਹੀਦਾ, ਸਿਮਿਲਰ। ਛੋਟਾ ਹੋਇਆ ਇੰਪਿਓਰਟੀ ਐਟਮ ਤਾਂ ਲੂਜ਼ ਰਹੇਗਾ, ਵੱਡਾ ਹੋਇਆ ਤਾਂ ਫਿੱਟ ਨਹੀਂ ਆਉਣਾ, ਸਿਮਿਲਰ ਸਾਈਜ਼ ਦਾ ਹੋਣਾ ਚਾਹੀਦਾ। ਐਂਡ ਤੀਸਰੀ ਵੀ ਸਾਰੇ ਹੀ ਇੰਪਿਓਰਟੀ ਐਟਮਸ ਨਹੀਂ ਹੋਣੇ ਚਾਹੀਦੇ, ਇੰਪਿਓਰਟੀ ਐਟਮਸ ਦੀ ਕੰਸਨਟ੍ਰੇਸ਼ਨ 1 ppm ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਠੀਕ ਹੈ? ਹੁਣ ਤੁਸੀਂ ਇੰਪਿਓਰਟੀਜ਼ ਕਿਵੇਂ ਐਡ ਕਰ ਸਕਦੇ ਹੋ? ਮੈਥਡਸ ਆਫ ਐਡਿੰਗ ਇੰਪਿਓਰਟੀਜ਼, ਮੈਥਡਸ ਆਫ ਐਡਿੰਗ impurities।
ਨੋਟਸ 'ਚੋਂ ਪੜ੍ਹਿਓ ਬੇਟਾ, ਈਜ਼ੀ ਹੈ ਮੈਥਡਸ। ਫਸਟ ਮੈਥਡ ਇਹ ਹੈ ਵੀ ਤੁਸੀਂ ਜਿਹੜਾ ਸਬਸਟਾਂਸ ਹੈ ਨਾ, ਆ ਜਿਹੜਾ ਸਬਸਟਾਂਸ ਹੈ ਇਹਨੂੰ ਮੈਲਟ ਕਰ ਲਓ। ਫਸਟ ਮੈਥਡ ਹੈ, ਇਹਨੂੰ ਮੈਲਟ ਕਰ ਲਓ। ਮੈਲਟ ਕਰਨ ਤੋਂ ਬਾਅਦ ਇਸ 'ਚ ਇੰਪਿਓਰਿਟੀਜ਼ ਐਡ ਕਰ ਦਿਓ, ਘੋਲ ਲਓ, ਉਹਨਾਂ ਨੂੰ ਸਟਰਲਾਈਜ਼ ਕਰ ਲਓ, ਹੈ ਨਾ, ਘੁਮਾ ਲਓ, ਹੈ ਨਾ, ਇੱਕ ਦੂਜੇ 'ਚ ਮਿਕਸ ਕਰ ਲਓ, ਬਾਅਦ 'ਚੋਂ ਦੁਬਾਰਾ ਤੋਂ ਉਹਦੀ ਸੋਲਿਡ ਫੋਰਮ ਬਣਾ ਲਓ। ਦੈਟ ਇਜ਼ ਫਸਟ ਮੈਥਡ। ਫਸਟ ਮੈਥਡ ਸਮਝ ਆ ਗਿਆ। ਜਿਹੜਾ ਸੈਮੀ ਕੰਡਕਟਰ ਮਟੀਰੀਅਲ ਹੈ, ਸੈਮੀ ਕੰਡਕਟਰ ਮਟੀਰੀਅਲ ਹੈ ਬੇਟਾ, ਇਸ ਨੂੰ ਪਹਿਲਾਂ ਮੈਲਟ ਕਰ ਲਓ, ਹੀਟ ਕਰਕੇ ਮੈਲਟ ਕਰ ਲਿਆ। ਮੈਲਟ ਕਰਕੇ ਇਸ 'ਚ ਇੰਪਿਓਰਿਟੀਜ਼ ਐਡ ਕਰਤੀਆਂ, ਉਹਨੂੰ ਮਿਕਸ ਕਰ ਲਿਆ, ਉਸ ਤੋਂ ਦੁਬਾਰਾ ਤੋਂ ਸੋਲਿਡ ਫੋਰਮ ਬਣਾ ਲਈ। ਦੈਟ ਇਜ਼ ਦਾ ਵੇ ਆਫ ਐਡਿੰਗ ਇੰਪਿਓਰਿਟੀਜ਼। ਦੂਸਰਾ ਮੈਥਡ ਹੈ ਨਾ, ਜਿਹੜਾ ਇਹ ਮਟੀਰੀਅਲ ਹੈ, ਇਸ ਮਟੀਰੀਅਲ ਨੂੰ ਇਹੋ ਜਿਹੇ ਇਨਵਾਇਰਮੈਂਟ 'ਚ ਹੀਟ ਕਰੋ। ਆ ਸੈਮੀ ਕੰਡਕਟਰ ਮਟੀਰੀਅਲ ਹੈ ਬੇਟਾ, ਠੀਕ ਹੈ, ਇਸ ਨੂੰ ਇਹੋ ਜਿਹੇ ਇਨਵਾਇਰਮੈਂਟ 'ਚ ਹੀਟ ਕਰੋ ਜਿਸ ਦੇ ਵਿੱਚ ਇੰਪਿਓਰਿਟੀਜ਼ ਹੋਣ, ਆਲਰੇਡੀ ਇੰਪਿਓਰਿਟੀਜ਼ ਹੋਣ, ਹੈ ਨਾ। ਇਸ ਇਨਵਾਇਰਮੈਂਟ 'ਚ ਹੀਟ ਕਰੋ ਲਾਈਕ ਦਿਸ, ਹੈ ਨਾ, ਇਹੋ ਜਿਹੇ ਇਨਵਾਇਰਮੈਂਟ 'ਚ ਹੀਟ ਕਰੋ ਜਿਸ 'ਚ ਆਲਰੇਡੀ ਇੰਪਿਓਰਿਟੀਜ਼ ਹੋਣ। ਜਦੋਂ ਹੀਟ ਕਰੋਗੇ ਇਹ ਇੰਪਿਓਰਿਟੀਜ਼ ਇਹਦੇ ਅੰਦਰ ਡਿਫਿਊਜ਼ ਹੋ ਜਾਣਗੀਆਂ, ਇਹਦੇ ਅੰਦਰ ਚਲੀ ਜਾਣਗੀਆਂ ਇੰਪਿਓਰਿਟੀਜ਼। ਕਲੀਅਰ ਬੇਟਾ, ਹੈ ਨਾ। ਇਹ ਸੈਕਿੰਡ ਮੈਥਡ ਹੈ। ਹੀਟ ਦਾ ਸੈਮੀ ਕੰਡਕਟਰ ਸਬਸਟਾਂਸ ਇਨ ਦੈਟ ਇਨਵਾਇਰਮੈਂਟ ਇਨ ਵਿਚ ਇੰਪਿਓਰਿਟੀਜ਼ ਆਰ ਪ੍ਰੈਜੈਂਟ। ਜਦੋਂ ਹੀਟ ਕਰੋਗੇ ਇੰਪਿਓਰਿਟੀਜ਼ ਇਹਦੇ ਅੰਦਰ ਚਲੀ ਜਾਣਗੀਆਂ, ਡਿਫਿਊਜ਼ ਹੋ ਜਾਣਗੀਆਂ। ਦੂਸਰਾ ਮੈਥਡ ਹੈ। ਤੀਸਰਾ ਮੈਥਡ ਹੈ ਡਾਇਰੈਕਟ ਬੰਬਾਰਡਮੈਂਟ। ਡਾਇਰੈਕਟ ਬੰਬਾਰਡਮੈਂਟ ਮਤਲਬ ਸਿਲੀਕੋਨ ਐਟਮ 'ਚ, ਹੈ ਨਾ, ਡਾਇਰੈਕਟ, ਹੈ ਨਾ, ਇੰਪਿਓਰਿਟੀ ਐਟਮ ਸਟਰਾਈਕ ਕਰਵਾ ਕੇ। ਪਰ ਇਹ ਤੁਸੀਂ ਬੇਟਾ ਹੱਥ ਨਾਲ ਨਹੀਂ ਥਰੋ ਕਰਨੇ, ਹੈ ਨਾ। ਮਸ਼ੀਨਸ ਆਉਂਦੀਆਂ ਨੇ ਜਿਨ੍ਹਾਂ ਨਾਲ ਅਸੀਂ ਪਾਰਟੀਕਲਸ ਨੂੰ ਕੀ ਕਰਵਾਉਂਦੇ ਹਾਂ, ਐਕਸਲਰੇਟ। ਉਹ ਪਾਰਟੀਕਲਸ ਨੂੰ ਹਾਈਲੀ ਐਕਸਲਰੇਟ ਕਰਵਾ ਕੇ ਡਾਇਰੈਕਟ ਸਿਲੀਕੋਨ ਦੇ ਕ੍ਰਿਸਟਲ 'ਚ ਬੰਬਾਰਡ ਕਰਵਾ ਸਕਦੇ। ਇਹ ਤਿੰਨ ਮੈਥਡਸ ਆ ਬੇਟਾ ਇੰਪਿਓਰਿਟੀਜ਼ ਐਡ ਕਰਨ ਦੇ। ਫਸਟ ਮੈਥਡ ਕੀ ਦੱਸਿਆ ਵੀ ਪਹਿਲਾਂ ਪੂਰਾ ਸਿਲੀਕੋਨ ਕ੍ਰਿਸਟਲ ਮੈਲਟ ਕਰ ਲਓ, ਉਸ 'ਚ ਇੰਪਿਓਰਿਟੀਜ਼ ਐਡ ਕਰ ਦਿਓ, ਉਹਨਾਂ ਨੂੰ ਮਿਕਸ ਕਰ ਲਓ, ਘੋਲ ਲਓ, ਦੁਬਾਰਾ ਤੋਂ ਸੋਲਿਡ ਫੋਰਮ ਬਣਾ ਲਓ। ਫਸਟ ਮੈਥਡ ਹੋ ਗਿਆ। ਸੈਕਿੰਡ ਮੈਥਡ, ਸੈਮੀ ਕੰਡਕਟਰ ਮਟੀਰੀਅਲ ਨੂੰ ਇਹੋ ਜਿਹੇ ਇਨਵਾਇਰਮੈਂਟ 'ਚ ਹੀਟ ਕਰੋ ਜਿਸ 'ਚ ਇੰਪਿਓਰਿਟੀਜ਼ ਹੋਣ। ਹੀਟ ਕਰਨ 'ਤੇ ਇੰਪਿਓਰਿਟੀਜ਼ ਉਹਦੇ ਅੰਦਰ ਚਲੀਆਂ ਜਾਣਗੀਆਂ, ਉਹਦੇ ਅੰਦਰ ਡਿਫਿਊਜ਼ ਹੋ ਜਾਣਗੀਆਂ। ਦੈਟ ਇਜ਼ ਸੈਕਿੰਡ ਮੈਥਡ। ਥਰਡ ਮੈਥਡ ਹੈਗਾ ਡਾਇਰੈਕਟ ਬੰਬਾਰਡਮੈਂਟ। ਇੰਪਿਓਰਿਟੀ ਐਟਮਸ ਦੀ ਹੈਲਪ ਨਾਲ ਤੁਸੀਂ ਸਿਲੀਕੋਨ ਕ੍ਰਿਸਟਲ 'ਤੇ ਡਾਇਰੈਕਟ ਬੰਬਾਰਡਮੈਂਟ ਕਰਵਾ ਕੇ ਵੀ ਇੰਪਿਓਰਿਟੀਜ਼ ਐਡ ਕਰ ਸਕਦੇ। ਠੀਕ ਹੈ, ਇੰਪਿਓਰਿਟੀਜ਼ ਐਡ ਕਰਨ ਵਾਸਤੇ ਕੀ ਕੰਡੀਸ਼ਨ ਹੋਣੀ ਚਾਹੀਦੀਆਂ ਨੇ ਉਹ ਦੱਸਤਾ ਬੇਟਾ। ਇੰਪਿਓਰਿਟੀਜ਼ ਐਡ ਕਰਨ ਦੇ ਮੈਥਡ ਦੱਸਤੇ। ਇੰਪਿਓਰਿਟੀਜ਼ ਤੁਸੀਂ ਕਿੰਨੇ ਤਰ੍ਹਾਂ ਦੀ ਐਡ ਕਰ ਸਕਦੇ ਹੋ ਤੁਹਾਨੂੰ ਉਹ ਦੱਸਤਾ। ਡੋਪਿੰਗ ਕੀ ਹੁੰਦੀ ਹੈ ਉਹ ਦੱਸਤਾ ਬੇਟਾ। ਡੋਪੈਂਟਸ ਕੀ ਹੁੰਦੇ ਨੇ ਉਹ ਦੱਸਤਾ। ਕਲੀਅਰ, ਦਿਸ ਇਜ਼ ਆਲ ਅਬਾਊਟ ਡੋਪਿੰਗ। ਕਲੀਅਰ, ਸਮਝ ਆ ਗਿਆ ਇੰਨਾ, ਕੋਈ ਕਨਫਿਊਜ਼ਨ? ਓਕੇ, ਲਿਸਨ ਨਾਓ ਫਰਦਰ। ਹੁਣ ਆਪਾਂ ਨੂੰ ਪਤਾ ਹੈ ਵੀ ਫੋਰ ਇਨਕਰੀਜ਼ਿੰਗ ਕੰਡਕਟਿਵਿਟੀ, for increasing ਕੰਡਕਟਿਵਿਟੀ ਇਨਕਰੀਜ਼ ਕਰਨ ਵਾਸਤੇ ਅਸੀਂ ਇੰਟ੍ਰਿੰਸਿਕ ਸੈਮੀ ਕੰਡਕਟਰਸ 'ਚ ਇੰਪਿਓਰਿਟੀਜ਼ ਐਡ ਕਰਦੇ ਹਾਂ। ਇੰਪਿਓਰਿਟੀਜ਼ ਐਡ ਕਰਕੇ ਜਿਹੜੇ ਨਿਊ ਸੈਮੀ ਕੰਡਕਟਰਸ ਬਣਦੇ ਨੇ ਉਹਨਾਂ ਨੂੰ ਬੋਲਦੇ ਨੇ ਐਕਸਟ੍ਰਿੰਸਿਕ ਸੈਮੀ ਕੰਡਕਟਰਸ। ਐਕਸਟ੍ਰਿੰਸਿਕ ਸੈਮੀ ਕੰਡਕਟਰਸ ਮਤਲਬ ਇੰਟ੍ਰਿੰਸਿਕ ਸੈਮੀ ਕੰਡਕਟਰਸ 'ਚ ਤੁਸੀਂ ਇੰਪਿਓਰਿਟੀਜ਼ ਐਡ ਕਰ ਦਿਓ, ਇਹ ਬਣ ਜਾਣਗੇ ਐਕਸਟ੍ਰਿੰਸਿਕ ਸੈਮੀ ਕੰਡਕਟਰਸ। ਤਾਂ ਹੁਣ ਆਪਾਂ ਨੇ ਡਿਸਕਸ ਕਰਨੇ ਨੇ ਐਕਸਟ੍ਰਿੰਸਿਕ ਸੈਮੀ ਕੰਡਕਟਰਸ। ਐਕਸਟ੍ਰਿੰਸਿਕ ਸੈਮੀ ਕੰਡਕਟਰਸ, ਠੀਕ ਹੈ। ਇੰਪਿਓਰਿਟੀਜ਼ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ ਬੇਟਾ? 2 ਟਾਈਪਸ ਦੀਆਂ ਹੁੰਦੀਆਂ ਨੇ। ਤਾਂ ਐਕਸਟ੍ਰਿੰਸਿਕ ਸੈਮੀ ਕੰਡਕਟਰਸ ਵੀ 2 ਟਾਈਪਸ ਦੇ ਹੁੰਦੇ ਨੇ, ਹੈ ਨਾ। ਦੀਜ਼ ਆਰ ਆਫ 2 ਟਾਈਪਸ। These are of 2 types। ਇੱਕ ਹੁੰਦੇ ਨੇ P ਟਾਈਪ ਸੈਮੀ ਕੰਡਕਟਰ, ਇੱਕ ਹੁੰਦੇ ਨੇ N ਟਾਈਪ ਸੈਮੀ ਕੰਡਕਟਰ। ਠੀਕ ਹੈ, ਆਪਾਂ ਪਹਿਲਾਂ ਡਿਸਕਸ ਕਰ ਰਹੇ ਹਾਂ ਬੇਟਾ P ਟਾਈਪ ਸੈਮੀ ਕੰਡਕਟਰ। P ਟਾਈਪ ਔਰ ਪੋਜ਼ਿਟਿਵ ਟਾਈਪ ਸੈਮੀ ਕੰਡਕਟਰਸ। N ਟਾਈਪ ਬਾਅਦ ਚੋਂ ਡਿਸਕਸ ਕਰਦੇ ਹਾਂ। ਠੀਕ ਹੈ ਬੇਟਾ। ਵਾਟ ਆਰ ਐਕਸਟ੍ਰਿੰਸਿਕ ਸੈਮੀ ਕੰਡਕਟਰਸ? ਜਿਹੜੇ ਇੰਪਿਓਰ ਸੈਮੀ ਕੰਡਕਟਰ ਹੁੰਦੇ ਨੇ, ਮਤਲਬ ਪਿਓਰ ਸੈਮੀ ਕੰਡਕਟਰਸ ਦੇ ਵਿੱਚ ਜਦੋਂ ਅਸੀਂ ਇੰਪਿਓਰਿਟੀਜ਼ ਐਡ ਕਰ ਦਾਂਗੇ ਉਹ ਇੰਪਿਓਰ ਹੋ ਜਾਣਗੇ। ਉਹਨਾਂ ਇੰਪਿਓਰ ਸੈਮੀ ਕੰਡਕਟਰਸ ਨੂੰ ਅਸੀਂ ਕੀ ਬੋਲਦੇ ਹਾਂ? ਐਕਸਟ੍ਰਿੰਸਿਕ ਸੈਮੀ ਕੰਡਕਟਰਸ। ਇੰਪਿਓਰਿਟੀਜ਼ ਅਸੀਂ ਕਿਉਂ ਐਡ ਕਰਦੇ ਹਾਂ? ਫੋਰ ਇਨਕਰੀਜ਼ਿੰਗ ਕੰਡਕਟਿਵਿਟੀ ਵਧਾਉਣ ਵਾਸਤੇ।
ਇੰਪਿਓਰਿਟੀਜ਼ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਸੀ? ਦੋ ਤਰ੍ਹਾਂ ਦੀਆਂ, ਹੈ ਨਾ। ਤਾਂ ਦੋ ਤਰ੍ਹਾਂ ਦੇ ਐਕਸਟ੍ਰਿੰਸਿਕ ਸੈਮੀਕੰਡਕਟਰ ਬਣਾ ਸਕਦੇ ਹਾਂ। ਇੱਕ ਅਸੀਂ ਪੀ ਟਾਈਪ ਬਣਾ ਸਕਦੇ ਹਾਂ, ਇੱਕ ਅਸੀਂ ਐਨ ਟਾਈਪ ਬਣਾ ਸਕਦੇ ਹਾਂ। ਪੀ ਟਾਈਪ ਸੈਮੀਕੰਡਕਟਰਸ ਕੀ ਹੁੰਦੇ ਨੇ ਬੇਟਾ? ਇੰਟ੍ਰਿੰਸਿਕ ਸੈਮੀਕੰਡਕਟਰਸ 'ਚ ਇੰਟ੍ਰਿੰਸਿਕ ਸੈਮੀਕੰਡਕਟਰਸ 'ਚ ਅਗਰ ਅਸੀਂ ਟਰਾਈਵੈਲੈਂਟ ਇੰਪਿਓਰਿਟੀਜ਼ ਐਡ ਕਰ ਦਾਂਗੇ, ਟਰਾਈਵੈਲੈਂਟ, ਫਿਰ ਜਿਹੜੇ ਸੈਮੀਕੰਡਕਟਰ ਬਣਨਗੇ ਦੈਟ ਇਜ਼ ਨੋਨ ਐਜ਼ ਪੀ ਟਾਈਪ, ਹੈ ਨਾ। ਇੰਟ੍ਰਿੰਸਿਕ ਸੈਮੀਕੰਡਕਟਰਸ 'ਚ ਟਰਾਈਵੈਲੈਂਟ ਇੰਪਿਓਰਿਟੀਜ਼ ਐਡ ਕਰਨ ਨਾਲ ਜਿਹੜੇ ਸੈਮੀਕੰਡਕਟਰਸ ਬਣਦੇ ਨੇ ਉਹਨਾਂ ਨੂੰ ਅਸੀਂ ਪੀ ਟਾਈਪ ਕਹਿੰਦੇ ਹਾਂ। ਕਿਉਂ ਕਹਿੰਦੇ ਹਾਂ ਪੀ ਟਾਈਪ ਬੇਟਾ? ਕਿਉਂਕਿ ਟਰਾਈਵੈਲੈਂਟ ਇੰਪਿਓਰਿਟੀਜ਼ ਕੀ ਕ੍ਰੀਏਟ ਕਰਦੀਆਂ ਨੇ? ਹੋਲਸ। ਹੋਲਸ ਕੈਰੀਜ਼ ਪੋਜ਼ਿਟਿਵ ਚਾਰਜ, ਹੈ ਨਾ। ਤਾਂ ਟਰਾਈਵੈਲੈਂਟ ਇੰਪਿਓਰਿਟੀਜ਼ ਐਡ ਕਰਨ ਨਾਲ ਸੈਮੀਕੰਡਕਟਰ ਮਟੀਰੀਅਲ 'ਚ ਬਹੁਤ ਸਾਰਾ ਪੋਜ਼ਿਟਿਵ ਚਾਰਜ ਫ੍ਰੀ ਹੋ ਜਾਏਗਾ, ਹੈ ਨਾ। ਪੋਜ਼ਿਟਿਵ ਚਾਰਜ ਕਾਰਨ ਕਰੰਟ ਬਣੇਗਾ, ਹੈ ਨਾ। ਇਹਨਾਂ ਹੋਲਸ ਕਾਰਨ ਕਰੰਟ ਪ੍ਰੋਡਿਊਸ ਹੋਏਗਾ। ਤਾਂ ਜਿਹੜਾ ਕਰੰਟ ਪ੍ਰੋਡਿਊਸ ਹੋਏਗਾ ਇਟ ਇਜ਼ ਡਿਊ ਟੂ ਹੋਲਸ। ਹੋਲਸ ਕੈਰੀਜ਼ ਪੋਜ਼ਿਟਿਵ ਚਾਰਜ, ਇਸ ਕਰਕੇ ਇਹਨਾਂ ਸੈਮੀਕੰਡਕਟਰ ਨੂੰ ਪੋਜ਼ਿਟਿਵ ਟਾਈਪ ਸੈਮੀਕੰਡਕਟਰਸ ਕਹਿੰਦੇ ਨੇ। ਪੋਜ਼ਿਟਿਵ ਟਾਈਪ ਸੈਮੀਕੰਡਕਟਰਸ ਨੂੰ ਸ਼ਾਰਟ ਫਾਰਮ 'ਚ ਬੋਲਿਆ ਜਾਂਦਾ ਪੀ ਟਾਈਪ ਸੈਮੀਕੰਡਕਟਰ। ਪੋਜ਼ਿਟਿਵ ਦਾ ਪੀ ਲੈ ਲਿਆ, ਠੀਕ ਹੈ। ਮਤਲਬ ਇੰਟ੍ਰਿੰਸਿਕ ਸੈਮੀਕੰਡਕਟਰਸ 'ਚ ਜਦੋਂ ਤੁਸੀਂ ਟਰਾਈਵੈਲੈਂਟ ਇੰਪਿਓਰਿਟੀਜ਼ ਐਡ ਕਰੋਗੇ, ਹਰ ਟਰਾਈਵੈਲੈਂਟ ਇੰਪਿਓਰਿਟੀ ਨੇ ਕੀ ਕ੍ਰੀਏਟ ਕਰਨਾ ਹੈ? ਹੋਲਸ, ਹੈ ਨਾ। ਤਾਂ ਉਹ ਸੈਮੀਕੰਡਕਟਰ ਇਲੈਕਟ੍ਰੀਸਿਟੀ ਕੰਡਕਟ ਕਰਨੀ ਸ਼ੁਰੂ ਕਰ ਦੇਗਾ ਡਿਊ ਟੂ ਹੋਲਸ। ਹੋਲਸ ਕੈਰੀਜ਼ ਪੋਜ਼ਿਟਿਵ ਚਾਰਜ, ਤਾਂ ਇਲੈਕਟ੍ਰੀਸਿਟੀ ਕੰਡਕਟ ਹੋ ਰਹੀ ਹੈ ਡਿਊ ਟੂ ਪੋਜ਼ਿਟਿਵ ਚਾਰਜ, ਇਸ ਕਰਕੇ ਇਸ ਦਾ ਨਾਮ ਕੀ ਪੈ ਗਿਆ? ਪੋਜ਼ਿਟਿਵ ਟਾਈਪ ਸੈਮੀਕੰਡਕਟਰ ਜਾਂ ਪੀ ਟਾਈਪ ਸੈਮੀਕੰਡਕਟਰ, ਠੀਕ ਹੈ। ਫੋਰ ਐਗਜ਼ਾਮਪਲ ਤੁਹਾਡੇ ਸਾਹਮਣੇ ਇਹ ਕਿਹੜਾ ਮਟੀਰੀਅਲ ਪਿਆ ਦੇਖੋ, ਇਹ ਸਾਰਾ ਮਟੀਰੀਅਲ ਇੰਟ੍ਰਿੰਸਿਕ ਹੈ। ਕਿਉਂ ਇੰਟ੍ਰਿੰਸਿਕ ਹੈ? ਕਿਉਂਕਿ ਇਸ 'ਚ ਸਾਰੇ ਹੀ ਐਟਮਸ ਸਿਲੀਕਾ ਹੁੰਦੇ ਨੇ। ਆਲ ਐਟਮਸ ਆਰ ਆਫ ਸਿਲੀਕॉन। ਅਸੀਂ ਹੁਣ ਇਸ 'ਚ ਟਰਾਈਵੈਲੈਂਟ ਇੰਪਿਓਰਿਟੀ ਐਡ ਕਰ ਦਿੰਦੇ ਹਾਂ। ਟਰਾਈਵੈਲੈਂਟ ਇੰਪਿਓਰਿਟੀ ਐਡ ਕਰਕੇ ਦੇਖਦੇ ਹਾਂ। ਮੰਨ ਲਓ ਉਰੇ ਤੁਸੀਂ ਟਰਾਈਵੈਲੈਂਟ ਇੰਪਿਓਰਿਟੀ ਐਡ ਕਰਤਾ। ਟਰਾਈਵੈਲੈਂਟ ਇੰਪਿਓਰਿਟੀ ਨੇ 3 ਕੋਵਲੈਂਟ ਬੌਂਡ ਪੂਰੇ ਕਰ ਦੇਣੇ ਨੇ। ਚੌਥੇ 'ਤੇ ਕੀ ਕ੍ਰੀਏਟ ਹੋ ਜਾਏਗੀ ਬੇਟਾ? ਹੋਲ। ਹੋਰ ਵੀ ਐਡ ਕਰੋ। ਟਰਾਈਵੈਲੈਂਟ ਇੰਪਿਓਰਿਟੀ ਐਡ ਕਰਤਾ ਉਰੇ, ਸਪੋਜ਼ ਕਰੋ ਉਰੇ ਐਡ ਕਰਤਾ, ਹੈ ਨਾ। 3 ਕੋਵਲੈਂਟ ਬੌਂਡ ਪੂਰੇ ਹੋ ਜਾਣੇ ਨੇ। ਚੌਥਾ ਕੋਵਲੈਂਟ ਬੌਂਡ ਇਨਕੰਪਲੀਟ ਹੋਏਗਾ, ਉੱਥੇ ਕੀ ਕ੍ਰੀਏਟ ਹੋ ਜਾਏਗੀ? ਹੋਲ। ਤੁਸੀਂ ਜਿੰਨੇ ਟਰਾਈਵੈਲੈਂਟ ਇੰਪਿਓਰਿਟੀ ਆਈਟਮ ਐਡ ਕਰੋਗੇ, ਮੰਨ ਲਓ ਉਰੇ ਐਡ ਕਰਤਾ, ਇਹਨੇ 3 ਕੋਵਲੈਂਟ ਬੌਂਡ ਪੂਰੇ ਕਰ ਦੇਣੇ ਨੇ। ਚੌਥੇ ਕੋਵਲੈਂਟ ਬੌਂਡ 'ਤੇ ਕੀ ਕ੍ਰੀਏਟ ਹੋ ਜਾਣੀ ਹੈ ਬੇਟਾ? ਹੋਲ। ਜਿਹੜਾ ਇਨਕੰਪਲੀਟ ਰਹਿ ਗਿਆ ਉਸ 'ਤੇ, ਹੈ ਨਾ, 3 ਬੌਂਡ ਪੂਰੇ ਹੋ ਜਾਣੇ ਨੇ, ਚੌਥਾ ਇਨਕੰਪਲੀਟ ਰਹਿ ਗਿਆ, ਉਸ 'ਤੇ ਹੋਲ ਬਣ ਜਾਏਗੀ, ਹੈ ਨਾ। ਮੰਨ ਲਓ ਉਰੇ ਟਰਾਈਵੈਲੈਂਟ ਇੰਪਿਓਰਿਟੀ ਆਈਟਮ ਐਡ ਕੀਤੀ, ਇੰਡੀਅਮ ਐਟਮ ਐਡ ਕੀਤਾ, ਹੈ ਨਾ। 3 ਕੋਵਲੈਂਟ ਬੌਂਡ ਪੂਰੇ ਹੋ ਜਾਣੇ ਨੇ, ਚੌਥਾ ਕੋਵਲੈਂਟ ਜਿਹੜਾ ਇਨਕੰਪਲੀਟ ਰਹਿ ਗਿਆ ਉੱਥੇ ਕੀ ਕ੍ਰੀਏਟ ਹੋ ਗਿਆ? ਹੋਲ। ਹੁਣ ਜਿਹੜਾ ਸਬਸਟਾਂਸ ਐਟ 0 ਕੈਲਵਿਨ ਟੈਂਪਰੇਚਰ ਇਲੈਕਟ੍ਰੀਸਿਟੀ ਕੰਡਕਟ ਨਹੀਂ ਕਰ ਪਾ ਰਿਹਾ ਸੀ ਕਿਉਂਕਿ ਉਸ 'ਚ ਕੋਈ ਚਾਰਜ ਕੈਰੀਅਰ ਫ੍ਰੀ ਨਹੀਂ ਸੀ, ਹੈ ਨਾ। ਹੁਣ 0 ਕੈਲਵਿਨ ਟੈਂਪਰੇਚਰ 'ਚ ਉਸ 'ਚ ਹੋਲਸ ਬਣ ਗਏ। ਕੀ ਬਣ ਚੁੱਕੇ ਨੇ ਬੇਟਾ? ਹੋਲਸ। ਇਹਨਾਂ ਹੋਲਸ ਕਾਰਨ ਹੁਣ ਇਲੈਕਟ੍ਰੋਨਸ ਦੀ ਮੂਵਮੈਂਟ ਹੋ ਸਕਦੀ ਹੈ। ਇਹ ਹੋਲਸ ਇਲੈਕਟ੍ਰੋਨਸ ਅਸੈਪਟ ਕਰਦੇ ਨੇ। ਜਿਵੇਂ ਮੰਨ ਲਓ, ਹੈ ਨਾ, ਇਸ ਹੋਲ ਨੇ ਆਹ ਵਾਲਾ ਇਲੈਕਟ੍ਰੋਨ ਅਸੈਪਟ ਕਰ ਲਿਆ, ਤਾਂ ਇਹ ਇਲੈਕਟ੍ਰੋਨ ਇੱਧਰ ਚਲਾ ਗਿਆ, ਹੋਲ ਇੱਧਰ ਚਲੀ ਜਾਏਗੀ। ਇਲੈਕਟ੍ਰੋਨ ਦੀ ਮੂਵਮੈਂਟ ਇੱਧਰ ਨੂੰ ਹੋ ਗਈ, ਹੈ ਨਾ। ਹੋਲ ਦੀ ਮੂਵਮੈਂਟ ਇੱਧਰ ਨੂੰ ਹੋ ਜਾਏਗੀ। ਤਾਂ ਮਤਲਬ ਇਹਨਾਂ ਹੋਲਸ ਕਾਰਨ ਹੁਣ ਇਹ ਇਲੈਕਟ੍ਰੋਨਸ ਮੂਵ ਕਰ ਸਕਦੇ ਨੇ। ਜਿਹੜੇ ਇਲੈਕਟ੍ਰੋਨਸ ਬਾਉਂਡ ਸੀਗੇ ਇਹਨਾਂ ਹੋਲਸ ਕਾਰਨ ਉਹ ਮੂਵ ਕਰ ਸਕਦੇ ਨੇ। ਇਟਸ ਕੰਡਕਟੀਵਿਟੀ ਗੋਜ਼ ਔਨ ਇਨਕਰੀਜ਼ਿੰਗ, ਇਹਦੀ ਕੰਡਕਟੀਵਿਟੀ ਵੱਧ ਜਾਏਗੀ। ਅੱਛਾ, ਇੱਕ ਚੀਜ਼ ਖਿਆਲ ਰੱਖੋ, ਤੁਸੀਂ ਜਿੰਨੇ ਇੰਪਿਓਰਿਟੀ ਆਈਟਮਸ ਐਡ ਕੀਤੇ ਓਨੀਆਂ ਹੋਲਸ ਕ੍ਰੀਏਟ ਹੋ ਜਾਣਗੀਆਂ। ਜਿੰਨੇ ਇੰਪਿਓਰਿਟੀ ਆਈਟਮਸ ਐਡ ਕੀਤੇ ਓਨੀਆਂ, ਡਾਇਗਰਾਮ ਦੇ ਵਿੱਚ ਮੈਂ ਕਿੰਨੇ ਇੰਪਿਓਰਿਟੀ ਆਈਟਮਸ ਐਡ ਕੀਤੇ ਨੇ? 4 ਇੰਪਿਓਰਿਟੀ ਆਈਟਮਸ ਐਡ ਕੀਤੇ ਨੇ, 4 ਹੀ ਕੀ ਕ੍ਰੀਏਟ ਹੋ ਗਈਆਂ? ਹੋਲਸ, ਹੈ ਨਾ। ਇਹਨਾਂ ਹੋਲਸ ਦਾ ਕੰਮ ਹੈ ਬੇਟਾ ਇਲੈਕਟ੍ਰੋਨ ਅਸੈਪਟ ਕਰਨਾ। ਇਹਨਾਂ ਹੋਲਸ ਦਾ ਕੰਮ ਹੈ ਇਲੈਕਟ੍ਰੋਨ ਅਸੈਪਟ ਕਰਨਾ। ਇਸ ਕਰਕੇ ਟਰਾਈਵੈਲੈਂਟ ਇੰਪਿਓਰਿਟੀਜ਼ ਨੂੰ ਅਸੀਂ ਆਲਸੋ ਕੀ ਕਹਿੰਦੇ ਹਾਂ? ਅਸੈਪਟਰ ਇੰਪਿਓਰਿਟੀਜ਼, ਹੈ ਨਾ। ਤਾਂ ਬੇਟਾ ਜਿੰਨੀ ਨੰਬਰ ਡੈਂਸਿਟੀ ਅਸੈਪਟਰ ਇੰਪਿਓਰਿਟੀ ਆਈਟਮਸ ਦੀ ਹੋਏਗੀ ਓਨੀ ਨੰਬਰ ਡੈਂਸਿਟੀ ਹੋਲਸ ਦੀ ਹੋਏਗੀ ਇਨ ਪੀ ਟਾਈਪ ਸੈਮੀਕੰਡਕਟਰਸ। ਪੀ ਟਾਈਪ ਸੈਮੀਕੰਡਕਟਰਸ 'ਚ ਜਿੰਨੀਆਂ ਤੁਸੀਂ ਅਸੈਪਟਰ ਇੰਪਿਓਰਿਟੀ ਆਈਟਮਸ ਐਡ ਕਰੋਗੇ, ਅਸੈਪਟਰ ਇੰਪਿਓਰਿਟੀ ਆਈਟਮਸ, ਓਨੀਆਂ ਹੋਲਸ ਕ੍ਰੀਏਟ ਹੋ ਜਾਂਦੀਆਂ ਹੁੰਦੀਆਂ ਨੇ। ਸਮਝ ਗਏ? ਕੋਈ ਕਨਫਿਊਜ਼ਨ? ਠੀਕ ਹੈ। ਤਾਂ ਇਹ ਤਾਂ ਮੈਂ ਤੁਹਾਨੂੰ ਕਿਸ ਦੇ ਅਕੋਰਡਿੰਗ ਸਮਝਾਇਆ? ਬੌਂਡ ਥਿਊਰੀ ਦੇ ਅਕੋਰਡਿੰਗ। ਦਿਸ ਇਜ਼ ਅਕੋਰਡਿੰਗ ਟੂ ਬੌਂਡ ਥਿਊਰੀ। ਨਾਓ ਕਮ ਟੂ ਬੈਂਡ ਥਿਊਰੀ। ਬੈਂਡ ਥਿਊਰੀ ਦੇ ਅਕੋਰਡਿੰਗ ਸਮਝੋ, ਠੀਕ ਹੈ ਬੇਟਾ। ਇਹ ਇੰਟ੍ਰਿੰਸਿਕ ਸੈਮੀਕੰਡਕਟਰਸ ਹੈ। ਵੇਲੈਂਸ ਬੈਂਡ ਹੈ, ਕੰਡਕਸ਼ਨ ਬੈਂਡ ਐम्प्टी पे है, एनर्जी गैप हो गया। दिस इज इंट्रिंसिक सैमीकंडक्टर एट 0 कैलविन टैंपरेचर। ये सबस्टांस इलैक्ट्रिसिटी कंडक्ट नहीं कर पा रहा। क्यों नहीं कर पा रहा? क्योंकि ये सारे
ਸਾਰੇ ਇਲੈਕਟ੍ਰੋਨ ਵੈਲੈਂਸ ਬੈਂਡ 'ਚ ਹੈ, ਕੰਡਕਸ਼ਨ ਬੈਂਡ ਟੋਟਲੀ ਐਮਟੀ ਹੈ, ਇਸ ਕਰਕੇ ਸਬਸਟਾਂਸ ਇਲੈਕਟ੍ਰਿਸਿਟੀ ਕੰਡਕਟ ਨਹੀਂ ਕਰ ਪਾ ਰਿਹਾ, ਇਹ ਇੰਟ੍ਰਿੰਸਿਕ ਹੈ। ਆਪਾਂ ਨੇ ਇਸ 'ਚ ਟਰਾਈਵੈਲੈਂਟ ਇੰਪਿਓਰਟੀਜ਼ ਐਟਮ ਐਡ ਕਰਤੇ ਲਾਈਕ ਦਿਸ, ਹੈ ਨਾ, ਜਿਵੇਂ ਆ ਐਡ ਕੀਤੇ ਨੇ ਟਰਾਈਵੈਲੈਂਟ ਇੰਪਿਓਰਟੀ ਐਟਮ ਐਡ ਕਰਤੇ, ਐਡ ਹੋ ਗਏ। ਐਡ ਹੋਣ 'ਤੇ ਹਰ ਟਰਾਈਵੈਲੈਂਟ ਇੰਪਿਓਰਟੀ ਐਟਮ ਨੇ ਕੀ ਕ੍ਰੀਏਟ ਕੀਤਾ ਬੇਟਾ? ਹੋਲ। ਜਿੰਨੀਆਂ ਵੀ ਆ ਹੋਲਸ ਇੰਪਿਓਰਿਟੀ ਐਟਮਸ ਦੁਆਰਾ ਬਣੀਆਂ ਨੇ, ਆ ਜਿੰਨੀਆਂ ਵੀ ਹੋਲਸ ਬੇਟਾ ਸੁਣੋ ਕੇਅਰਫੁਲੀ, ਜਿੰਨੀਆਂ ਵੀ ਹੋਲਸ ਆ ਵਾਲੀਆਂ ਹੋਲਸ ਇੰਪਿਓਰਿਟੀ ਐਟਮਸ ਦੁਆਰਾ ਬਣੀਆਂ ਨੇ, ਹੈ ਨਾ, ਇਹ ਹੋਲਸ ਵੇਲੈਂਸ ਬੈਂਡ ਦੇ ਨੇੜੇ ਆਪਣਾ ਇੱਕ ਅਲੱਗ ਲੈਵਲ ਬਣਾ ਲੈਂਦੀਆਂ ਨੇ। ਵੇਲੈਂਸ ਬੈਂਡ ਦੇ ਨੇੜੇ ਇਹ ਆਪਣਾ ਇੱਕ ਅਲੱਗ ਲੈਵਲ ਬਣਾ ਲੈਂਦੀਆਂ ਨੇ, ਇਸ 'ਚ ਆ ਜਾਂਦੀਆਂ ਨੇ ਬੇਟਾ ਇਹ ਵਾਲੀਆਂ ਹੋਲਸ, ਹੈ ਨਾ। ਇਸ ਲੈਵਲ ਨੂੰ ਅਸੀਂ ਬੋਲਦੇ ਹਾਂ ਅਸੈਪਟਰ ਐਨਰਜੀ ਲੈਵਲ। ਅਸੈਪਟਰ ਐਨਰਜੀ ਲੈਵਲ। ਮੈਂ ਤੁਹਾਨੂੰ ਕੀ ਕਿਹਾ ਵੀ ਟਰਾਈਵੇਲੈਂਟ ਇੰਪਿਓਰਟੀ ਐਟਮਸ ਐਡ ਕਰਨ ਨਾਲ, ਟਰਾਈਵੇਲੈਂਟ ਇੰਪਿਓਰਟੀ ਐਟਮਸ ਐਡ ਕਰਨ ਨਾਲ ਹੋਲਸ ਕ੍ਰੀਏਟ ਹੋਣਗੀਆਂ, ਹੈ ਨਾ। ਜਿੰਨੇ ਟਰਾਈਵੇਲੈਂਟ ਇੰਪਿਓਰਟੀ ਐਟਮ ਐਡ ਕਰੋਗੇ ਓਨੀਆਂ ਕੀ ਕ੍ਰੀਏਟ ਹੋ ਜਾਣਗੀਆਂ? ਹੋਲਸ, ਹੈ ਨਾ। ਜਿੰਨੀਆਂ ਇਹ ਹੋਲਸ ਕ੍ਰੀਏਟ ਹੋ ਜਾਣਗੀਆਂ, ਇਹ ਵੇਲੈਂਸ ਬੈਂਡ ਦੇ ਨੇੜੇ, ਵੇਲੈਂਸ ਬੈਂਡ ਦੇ ਨੇੜੇ ਆਪਣਾ ਇੱਕ ਅਲੱਗ ਲੈਵਲ ਬਣਾ ਲੈਂਦੀਆਂ ਨੇ, ਅਸੈਪਟਰ ਐਨਰਜੀ ਲੈਵਲ ਵਿਚ ਲਾਈਜ਼ ਨੀਅਰ ਟੂ ਵੇਲੈਂਸ ਬੈਂਡ। ਅੱਛਾ, ਹੋਲਸ 'ਤੇ ਕਿਹੜਾ ਚਾਰਜ ਹੁੰਦਾ? ਪੋਜ਼ੀਟਿਵ ਚਾਰਜ। ਪੋਜ਼ੀਟਿਵ ਚਾਰਜ ਹੋਲਸ ਇਲੈਕਟ੍ਰੋਨਸ ਨੂੰ ਆਪਣੇ ਵੱਲ ਅਟਰੈਕਟ ਕਰ ਦਿੰਦੇ ਨੇ। ਇਹ ਜਿਹੜੇ ਇਲੈਕਟ੍ਰੋਨਸ ਹੈ ਬੇਟਾ, ਇਹ ਇਲੈਕਟ੍ਰੋਨਸ ਹੋਲ ਵੱਲ ਚਲੇ ਜਾਂਦੇ ਨੇ। ਜਦੋਂ ਹੋਲਸ ਇੱਥੇ ਇਲੈਕਟ੍ਰੋਨਸ 'ਤੇ ਪਹੁੰਚ ਗਏ, ਇੱਥੇ ਇਲੈਕਟ੍ਰੋਨ ਫਿਲ ਹੋ ਜਾਣਗੇ, ਇੱਥੇ ਇਲੈਕਟ੍ਰੋਨ ਫਿਲ ਹੋ ਜਾਣਗੇ ਬੇਟਾ, ਪਿੱਛੇ ਹੋਲਸ ਕ੍ਰੀਏਟ ਹੋ ਜਾਣਗੀਆਂ ਵੇਲੈਂਸ ਬੈਂਡ 'ਚ ਲਾਈਕ ਦਿਸ। ਸਮਝ ਆ ਗਿਆ, ਹੈ ਨਾ। ਜਿੰਨੀਆਂ ਵੀ ਹੋਲਸ ਬੇਟਾ, ਕਿਹੜੀਆਂ ਹੋਲਸ? ਜਿਹੜੀਆਂ ਇੰਪਿਓਰਿਟੀ ਐਟਮਸ ਤੋਂ ਬਣੀਆਂ ਸੀ, ਇੰਪਿਓਰਿਟੀ ਐਟਮਸ ਤੋਂ ਬਣੀਆਂ ਸੀ, ਉਹ ਵੇਲੈਂਸ ਬੈਂਡ ਦੇ ਨੇੜੇ ਆਪਣਾ ਇੱਕ ਅਲੱਗ ਲੈਵਲ ਬਣਾ ਲੈਂਦੀਆਂ ਨੇ। ਦੈਟ ਲੈਵਲ ਇਜ਼ ਨੋਨ ਐਜ਼ ਅਸੈਪਟਰ ਐਨਰਜੀ ਲੈਵਲ। ਇਹ ਵਾਲੀਆਂ ਹੋਲਸ ਜਿਹੜੀਆਂ ਇੰਪਿਓਰਿਟੀ ਐਟਮਸ ਤੋਂ ਬਣੀਆਂ ਨੇ, ਉਹ ਵਾਲੀਆਂ ਹੋਲਸ ਸਾਰੀਆਂ ਉਸ ਲੈਵਲ 'ਚ ਹੁੰਦੀਆਂ ਨੇ, ਹੈ ਨਾ, ਕਿਉਂਕਿ ਉਹ ਲੈਵਲ ਵੇਲੈਂਸ ਬੈਂਡ ਦੇ ਨੇੜੇ ਹੁੰਦਾ ਹੈ। ਹੋਲਸ 'ਤੇ ਪੋਜ਼ੀਟਿਵ ਚਾਰਜ ਹੁੰਦਾ ਹੈ, ਇਲੈਕਟ੍ਰੋਨਸ ਜਿਹੜੇ ਵੇਲੈਂਸ ਬੈਂਡ 'ਚ ਨੇ ਉਹਨਾਂ 'ਤੇ ਨੈਗੇਟਿਵ ਚਾਰਜ ਹੁੰਦਾ ਹੈ। ਹੋਲਸ ਪੋਜ਼ੀਟਿਵਲੀ ਚਾਰਜ ਹੋਲਸ ਨੈਗੇਟਿਵਲੀ ਚਾਰਜ ਇਲੈਕਟ੍ਰੋਨਸ ਨੂੰ ਅਟਰੈਕਟ ਕਰ ਲੈਂਦੀਆਂ ਨੇ। ਇਲੈਕਟ੍ਰੋਨਸ ਇਸ ਅਸੈਪਟਰ ਐਨਰਜੀ ਲੈਵਲ 'ਚ ਚਲੇ ਜਾਂਦੇ ਨੇ, ਹੈ ਨਾ। ਇਲੈਕਟ੍ਰੋਨਸ ਅਸੈਪਟਰ ਐਨਰਜੀ ਲੈਵਲ ਚਲੇ ਗਏ ਅਤੇ ਪਿੱਛੇ ਵੇਲੈਂਸ ਬੈਂਡ 'ਚ ਕੀ ਕ੍ਰੀਏਟ ਹੋ ਗਈਆਂ? ਹੋਲਸ। ਇਹਨਾਂ ਵੇਲੈਂਸ ਬੈਂਡ ਦੀਆਂ ਹੋਲਸ ਕਾਰਨ ਸਬਸਟਾਂਸ ਸਟਾਰਟਸ ਕੰਡਕਟਿੰਗ ਇਲੈਕਟ੍ਰੀਸਿਟੀ। ਜਿਹੜਾ ਸਬਸਟਾਂਸ ਆ ਉਹ ਇਲੈਕਟ੍ਰੀਸਿਟੀ ਕੰਡਕਟ ਕਰਨੀ ਸਟਾਰਟ ਕਰ ਦਿੰਦਾ ਐਟ 0 ਕੈਲਵਿਨ ਟੈਂਪਰੇਚਰ। 0 ਕੈਲਵਿਨ ਟੈਂਪਰੇਚਰ 'ਤੇ ਜਿਹੜਾ ਮਟੀਰੀਅਲ ਇਲੈਕਟ੍ਰੀਸਿਟੀ ਕੰਡਕਟ ਨਹੀਂ ਕਰ ਪਾ ਰਿਹਾ ਸੀਗਾ, ਇੰਪਿਓਰਿਟੀ ਐਟਮਸ ਕਾਰਨ ਹੋਲਸ ਕ੍ਰੀਏਟ ਹੋਈਆਂ ਨੀਅਰ ਦਾ ਵੇਲੈਂਸ ਬੈਂਡ, ਉਹਨਾਂ ਹੋਲਸ ਕਾਰਨ ਵੇਲੈਂਸ ਬੈਂਡ ਦੇ ਵਿੱਚ ਹੋਲਸ ਕ੍ਰੀਏਟ ਹੋ ਗਈਆਂ, ਸਬਸਟਾਂਸ ਇਲੈਕਟ੍ਰੀਸਿਟੀ ਕੰਡਕਟ ਕਰਨ ਲੱਗ ਜਾਏਗਾ। ਹੁਣ ਮਤਲਬ ਆਹ ਚੀਜ਼ ਐਵੇਂ ਹੋਏਗੀ, ਦੇਖੋ ਆ ਵੇਲੈਂਸ ਬੈਂਡ ਦੇ ਵਿੱਚ ਹੋਲਸ ਬਣ ਜਾਣਗੀਆਂ, ਹੈ ਨਾ। ਬਾਕੀ ਰਿਮੇਨਿੰਗ ਇਲੈਕਟ੍ਰੋਨਸ ਰਹਿ ਗਏ ਵੇਲੈਂਸ ਬੈਂਡ ਦੇ ਵਿੱਚ ਬੇਟਾ, ਠੀਕ ਹੈ। ਆ ਅਸੈਪਟਰ ਐਨਰਜੀ ਲੈਵਲ 'ਚ ਇਲੈਕਟ੍ਰੋਨ, ਦਿਸ ਇਜ਼ ਅਸੈਪਟਰ ਐਨਰਜੀ ਲੈਵਲ, ਅਸੈਪਟਰ ਐਨਰਜੀ ਲੈਵਲ, ਹੈ ਨਾ, ਜਿਸ 'ਚ ਇਲੈਕਟ੍ਰੋਨਸ ਪਹੁੰਚ ਚੁੱਕੇ ਨੇ ਲਾਈਕ ਦਿਸ। ਹੁਣ ਇਹ ਵੇਲੈਂਸ ਬੈਂਡ ਦੇ ਵਿੱਚ ਹੋਲਸ ਨੇ, ਵੇਲੈਂਸ ਬੈਂਡ ਦੀਆਂ ਹੋਲਸ ਕਾਰਨ ਇਹ ਸਬਸਟਾਂਸ ਇਲੈਕਟ੍ਰੀਸਿਟੀ ਕੰਡਕਟ ਕਰੇਗਾ ਐਟ 0 ਕੈਲਵਿਨ ਟੈਂਪਰੇਚਰ। ਇਹ ਸਬਸਟਾਂਸ ਇਲੈਕਟ੍ਰੀਸਿਟੀ ਕੰਡਕਟ ਕਰੇਗਾ। ਸਮਝ ਗਏ ਬੇਟਾ। ਐਵੇਂ ਇਹ ਜਿਹੜਾ ਮਟੀਰੀਅਲ ਬਣ ਗਿਆ, ਆਹ ਵਾਲਾ ਮਟੀਰੀਅਲ, ਦੈਟ ਮਟੀਰੀਅਲ ਇਜ਼ ਨੋਨ ਐਜ਼ ਪੀ ਟਾਈਪ ਜਾਂ ਪੋਜ਼ੀਟਿਵ ਟਾਈਪ ਸੈਮੀ ਕੰਡਕਟਰਸ। ਇਹਨੂੰ ਪੋਜ਼ੀਟਿਵ ਟਾਈਪ ਸੈਮੀ ਕੰਡਕਟਰ ਸਮਝ ਆ ਗਿਆ ਕਿਉਂ ਕਹਿੰਦੇ ਨੇ? ਕਿਉਂਕਿ ਇਸ ਦੇ ਵਿੱਚ ਜਿਹੜੀ ਕੰਡਕਟੀਵਿਟੀ ਬਣੀ ਹੈ, ਇਨਕਰੀਜ਼ ਹੋਈ ਹੈ, ਇਟ ਇਜ਼ ਡਿਊ ਟੂ ਦਾ ਪ੍ਰੈਜ਼ੈਂਸ ਆਫ ਹੋਲਸ, ਹੋਲਸ ਦੀ ਪ੍ਰੈਜ਼ੈਂਸ ਕਾਰਨ, ਠੀਕ ਹੈ। ਅੱਛਾ, ਕੀ ਹੋਊਗਾ ਇਫ ਵੀ ਰਾਈਜ਼ ਦਾ ਟੈਂਪਰੇਚਰ? ਇਫ ਵੀ ਰਾਈਜ਼ ਦਾ ਟੈਂਪਰੇਚਰ, ਜੇ ਅਸੀਂ ਟੈਂਪਰੇਚਰ ਵਧਾਵਾਂਗੇ ਕੁਛ ਕੋਵਲੈਂਟ ਬੌਂਡ ਟੁੱਟਣਗੇ, ਹੈ ਨਾ। ਸਪੋਜ਼ ਕਰੋ ਆਹ ਕੋਵਲੈਂਟ ਬੌਂਡ ਟੁੱਟ ਗਿਆ, ਇਹਦਾ ਇਲੈਕਟ੍ਰੋਨ ਫ੍ਰੀ ਹੋ ਜਾਏਗਾ, ਪਿੱਛੇ ਕੀ ਕ੍ਰੀਏਟ ਹੋ ਜਾਏਗਾ? ਹੋਲ। ਮੰਨ ਲਓ ਆਹ ਕੋਵਲੈਂਟ ਬੌਂਡ ਟੁੱਟ ਗਿਆ, ਇਹਦਾ ਇਲੈਕਟ੍ਰੋਨ ਫ੍ਰੀ ਹੋ ਜਾਏਗਾ, ਪਿੱਛੇ ਕੀ ਕ੍ਰੀਏਟ ਹੋ ਜਾਏਗਾ? ਹੋਲਸ, ਹੈ ਨਾ। ਮੰਨ ਲਓ ਆਹ ਕੋਵਲੈਂਟ ਬੌਂਡ ਟੁੱਟ ਗਿਆ, ਇਹਦਾ ਇਲੈਕਟ੍ਰੋਨ ਫ੍ਰੀ ਹੋ ਜਾਏਗਾ, ਪਿੱਛੇ ਕੀ ਕ੍ਰੀਏਟ ਹੋ ਜਾਏਗਾ? ਹੋਲ, ਹੈ ਨਾ। ਇਫ ਵੀ ਰਾਈਜ਼ ਦਾ ਟੈਂਪਰੇਚਰ,
ਅਗਰ ਅਸੀਂ ਟੈਂਪਰੇਚਰ ਵਧਾ ਰਹੇ ਹਾਂ ਤਾਂ ਬੇਟਾ ਫ੍ਰੀ ਇਲੈਕਟ੍ਰੋਨਸ ਦੀ ਗਿਣਤੀ ਵੱਧ ਰਹੀ ਹੈ, ਹੋਲਸ ਦੀ ਵੀ ਗਿਣਤੀ ਵੱਧ ਰਹੀ ਹੈ। ਇਲੈਕਟ੍ਰੋਨਸ ਦੀ ਵੀ ਗਿਣਤੀ ਵੱਧ ਗਈ, ਫ੍ਰੀ ਇਲੈਕਟ੍ਰੋਨਸ ਦੀ ਵੀ, ਐਂਡ ਹੋਲਸ ਦੀ ਵੀ ਗਿਣਤੀ ਵੱਧ ਗਈ। ਦੈਟ ਮੀਨਸ ਚਾਰਜ ਕੈਰੀਅਰਸ ਵੱਧ ਗਏ। ਦੇਰ ਇਜ਼ ਇਨਕਰੀਜ਼ ਇਨ, ਇਫ ਵੀ ਰਾਈਜ਼ ਦਾ ਟੈਂਪਰੇਚਰ ਦੇਰ ਇਜ਼ ਇਨਕਰੀਜ਼ ਇਨ ਨੰਬਰ ਆਫ ਚਾਰਜ ਕੈਰੀਅਰਸ। ਚਾਰਜ ਕੈਰੀਅਰਸ ਦੀ ਗਿਣਤੀ ਵੱਧ ਗਈ। ਚਾਰਜ ਕੈਰੀਅਰਸ ਦੀ ਗਿਣਤੀ ਵੱਧ ਗਈ, ਦੈਟ ਮੀਨਸ ਕੰਡਕਟਿਵਿਟੀ ਇਨਕਰੀਜ਼ਿਸ, ਹੈ ਨਾ। ਇਹ ਮੈਂ ਤੁਹਾਨੂੰ ਬੌਂਡ ਥਿਊਰੀ ਦੇ ਅਕੋਰਡਿੰਗ ਦੱਸਿਆ ਵੀ ਅਸੀਂ ਟੈਂਪਰੇਚਰ ਵਧਾਵਾਂਗੇ, ਟੈਂਪਰੇਚਰ ਵਧਾਉਣ ਨਾਲ ਕੁਝ ਕੋਵਲੈਂਟ ਬੌਂਡ ਟੁੱਟਣਗੇ, ਜਿੰਨੇ ਕੋਵਲੈਂਟ ਬੌਂਡ ਟੁੱਟਣਗੇ ਉਨੇ ਇਲੈਕਟ੍ਰੋਨ ਐਂਡ ਹੋਲਸ ਕ੍ਰੀਏਟ ਹੋ ਜਾਣਗੇ, ਚਾਰਜ ਕੈਰੀਅਰਸ ਦੀ ਗਿਣਤੀ ਵੱਧ ਜਾਏਗੀ, ਕੰਡਕਟਿਵਿਟੀ ਵੱਧ ਜਾਏਗੀ। ਵਾਟ ਅਬਾਊਟ ਬੈਂਡ ਥਿਊਰੀ? ਬੈਂਡ ਥਿਊਰੀ ਦੇ ਅਕੋਰਡਿੰਗ ਇਫ ਵੀ ਰਾਈਜ਼ ਦਾ ਟੈਂਪਰੇਚਰ, ਟੈਂਪਰੇਚਰ ਵਧਾਵਾਂਗੇ ਤਾਂ ਕੁਝ ਇਲੈਕਟ੍ਰੋਨਸ ਵੇਲੈਂਸ ਬੈਂਡ ਤੋਂ ਜੰਪ ਕਰਕੇ ਕਿੱਥੇ ਚਲੇ ਜਾਣਗੇ? ਕੰਡਕਸ਼ਨ ਬੈਂਡ 'ਚ। ਇਲੈਕਟ੍ਰੋਨਸ ਵੇਲੈਂਸ ਬੈਂਡ ਤੋਂ ਜੰਪ ਕਰਕੇ ਕਿੱਥੇ ਚਲੇ ਗਏ? ਕੰਡਕਸ਼ਨ ਬੈਂਡ 'ਚ। ਪਿੱਛੇ ਕੀ ਕ੍ਰੀਏਟ ਕਰ ਗਏ? ਹੋਲਸ, ਹੈ ਨਾ। ਵੇਲੈਂਸ ਬੈਂਡ 'ਚ ਹੋਲਸ ਦੀ ਗਿਣਤੀ ਵੱਧ ਗਈ, ਕੰਡਕਸ਼ਨ ਬੈਂਡ 'ਚ ਇਲੈਕਟ੍ਰੋਨਸ ਦੀ ਗਿਣਤੀ ਵੱਧ ਗਈ। ਦੈਟ ਮੀਨਸ ਸਬਸਟਾਂਸ ਦੀ ਕੰਡਕਟਿਵਿਟੀ ਕੀ ਹੋ ਜਾਏਗੀ? ਇਨਕਰੀਜ਼, ਹੈ ਨਾ। ਕਿਉਂਕਿ ਪਹਿਲਾਂ ਤਾਂ ਸਬਸਟਾਂਸ ਇਲੈਕਟ੍ਰਿਸਿਟੀ ਕੰਡਕਟ ਕਰ ਰਿਹਾ ਸੀ ਓਨਲੀ ਡਿਊ ਟੂ ਦਾ ਹੋਲਸ ਪ੍ਰੈਜ਼ੈਂਟ ਇਨ ਵੇਲੈਂਸ ਬੈਂਡ। ਹੁਣ ਉਹ ਹੋਲਸ ਦੇ ਕਾਰਨ ਵੀ ਐਂਡ ਕੰਡਕਸ਼ਨ ਬੈਂਡ ਦੇ ਇਲੈਕਟ੍ਰੋਨਸ ਕਾਰਨ ਵੀ ਇਲੈਕਟ੍ਰਿਸਿਟੀ ਕੰਡਕਟ ਕਰ ਰਹੇ, ਹੈ ਨਾ। ਇਸ ਕਰਕੇ ਕੰਡਕਟਿਵਿਟੀ ਇਨਕਰੀਜ਼ ਹੋ ਜਾਏਗੀ। ਐਂਡ ਕਲੀਅਰ ਕੱਟ ਹੈ ਬੇਟਾ, ਦੇਖੋ ਜਿੰਨੇ ਕੰਡਕਸ਼ਨ ਬੈਂਡ 'ਚ ਇਲੈਕਟ੍ਰੋਨਸ ਨੇ, ਵੇਲੈਂਸ ਬੈਂਡ 'ਚ ਹੋਲਸ ਉਸ ਨਾਲੋਂ ਜ਼ਿਆਦਾ ਨੇ। ਮਤਲਬ ਪੀ ਟਾਈਪ ਸੈਮੀ ਕੰਡਕਟਰਸ 'ਚ ਨੰਬਰ ਡੈਂਸਿਟੀ ਆਫ ਹੋਲਸ ਨੰਬਰ ਡੈਂਸਿਟੀ ਆਫ ਇਲੈਕਟ੍ਰੋਨਸ ਨਾਲੋਂ ਜ਼ਿਆਦਾ ਹੁੰਦੀ ਹੈ। ਪੀ ਟਾਈਪ ਸੈਮੀ ਕੰਡਕਟਰਸ 'ਚ ਇਲੈਕਟ੍ਰੋਨਸ ਦੀ ਨੰਬਰ ਡੈਂਸਿਟੀ, ਇਲੈਕਟ੍ਰੋਨਸ ਤਾਂ 3 ਹੀ ਨੇ, ਮਤਲਬ 3%, ਹੈ ਨਾ। ਹੋਲਸ ਦੀ ਗਿਣਤੀ 7%, ਮਤਲਬ ਇਲੈਕਟ੍ਰੋਨਸ ਅਗਰ 30% ਹੈ ਤਾਂ ਹੋਲਸ ਦੀ ਗਿਣਤੀ 70%। ਇਹ ਤਾਂ ਮੈਂ ਸਿਰਫ ਤੁਹਾਨੂੰ ਮੈਥੇਮੈਟੀਕਲੀ ਸਮਝਾਇਆ ਹੈ ਨਾ ਬੇਟਾ। ਇਲੈਕਟ੍ਰੋਨਸ ਬਹੁਤ ਘੱਟ ਹੁੰਦੇ ਨੇ, ਹੋਲਸ ਦੀ ਡੈਂਸਿਟੀ ਬਹੁਤ ਜ਼ਿਆਦਾ ਹੁੰਦੀ ਹੈ। ਐਂਡ ਹੋਲਸ ਅਪਰੋਕਸੀਮੇਟਲੀ ਕਿੰਨੇ ਕੁ ਹੁੰਦੇ ਨੇ? ਜਿੰਨੇ ਕੁ ਅਸੀਂ ਇੰਪਿਓਰਟੀ ਆਈਟਮਸ ਐਡ ਕੀਤੇ ਨੇ, ਕਿਉਂਕਿ ਕੋਵਲੈਂਟ ਬੌਂਡ ਅਸੀਂ ਜ਼ਿਆਦਾ ਤੋੜ ਨਹੀਂ ਸਕਦੇ। ਵਿਦ ਰਾਈਜ਼ ਇਨ ਟੈਂਪਰੇਚਰ ਕੋਵਲੈਂਟ ਬੌਂਡ ਜ਼ਿਆਦਾ ਤੋੜ ਨਹੀਂ ਸਕਦੇ। ਕਿਉਂ ਨਹੀਂ ਤੋੜ ਸਕਦੇ? ਕਿਉਂਕਿ ਜੇ ਅਸੀਂ ਟੈਂਪਰੇਚਰ ਹੋਰ ਵਧਾਵਾਂਗੇ ਕੀ ਪਤਾ ਸਬਸਟਾਂਸ ਬਰਨ ਕਰ ਜੇ। ਇਸ ਕਰਕੇ ਅਸੀਂ ਕੋਵਲੈਂਟ ਬੌਂਡ ਜ਼ਿਆਦਾ ਤੋੜ ਨਹੀਂ ਸਕਦੇ। ਇਸ ਕਰਕੇ ਜਿਹੜੀ ਹੋਲਸ ਦੀ ਨੰਬਰ ਡੈਂਸਿਟੀ ਹੈ ਉਹ ਅਪਰੋਕਸੀਮੇਟਲੀ ਇੰਪਿਓਰਟੀ ਆਈਟਮਸ ਦੀ ਨੰਬਰ ਡੈਂਸਿਟੀ ਦੇ ਇਕੁਅਲ ਹੁੰਦੀ ਹੈ। ਮਤਲਬ ਜਿੰਨੇ ਤੁਸੀਂ ਇੰਪਿਓਰਟੀ ਆਈਟਮਸ ਐਡ ਕੀਤੇ ਆਹ ਵਾਲੇ, ਜਿੰਨੇ ਇੰਪਿਓਰਟੀ ਆਈਟਮਸ ਐਡ ਕੀਤੇ ਅਪਰੋਕਸੀਮੇਟਲੀ ਓਨੇ ਕੀ ਹੋਲਸ ਬਣ ਜਾਣਗੇ। ਐਂਡ ਇਹ ਹੋਲਸ ਦੀ ਨੰਬਰ ਡੈਂਸਿਟੀ ਇਲੈਕਟ੍ਰੋਨਸ ਦੀ ਨੰਬਰ ਡੈਂਸਿਟੀ ਨਾਲੋਂ ਜ਼ਿਆਦਾ ਹੁੰਦੀ ਹੈ ਨਾ। ਮਤਲਬ ਬੇਟਾ ਜ਼ਿਆਦਾ ਕਰੰਟ ਕਿਸ ਕਾਰਨ ਬਣ ਰਿਹਾ? ਹੋਲਸ ਕਾਰਨ, ਕਿਉਂਕਿ ਹੋਲਸ ਦੀ ਗਿਣਤੀ ਜ਼ਿਆਦਾ ਨਾ, ਇਲੈਕਟ੍ਰੋਨਸ ਦੀ ਗਿਣਤੀ ਘੱਟ ਹੈ। ਇਲੈਕਟ੍ਰੋਨਸ ਦੀ ਗਿਣਤੀ ਘੱਟ ਹੈ ਤਾਂ ਇਲੈਕਟ੍ਰੋਨਸ ਕਾਰਨ ਘੱਟ ਕਰੰਟ ਬਣੇਗਾ। ਹੋਲਸ ਦੀ ਗਿਣਤੀ ਜ਼ਿਆਦਾ ਹੈ ਤਾਂ ਹੋਲਸ ਕਾਰਨ ਜ਼ਿਆਦਾ ਕਰੰਟ ਬਣੇਗਾ। ਹੋਲਸ ਕੈਰੀਜ਼ ਪੋਜ਼ਿਟਿਵ ਚਾਰਜ, ਇਲੈਕਟ੍ਰੋਨ ਕੈਰੀਜ਼ ਨੈਗੇਟਿਵ ਚਾਰਜ। ਬੇਟਾ ਜ਼ਿਆਦਾ ਕਰੰਟ ਕਿਹੜੇ ਚਾਰਜ ਪਾਰਟੀਕਲਸ ਕਾਰਨ ਬਣ ਰਿਹਾ? ਹੈ ਨਾ, ਲਾਰਜ ਕਰੰਟ is produced due to holes carries positive charge, ਹੈ ਨਾ। ਦੈਟਸ ਵਾਈ ਮਤਲਬ ਇਹ ਜਿਹੜੇ ਸੈਮੀ ਕੰਡਕਟਰ ਨੇ ਪੀ ਟਾਈਪ, ਇਹਨਾਂ 'ਚ ਜ਼ਿਆਦਾ ਕਰੰਟ ਹੋਲਸ ਕਾਰਨ ਬਣੇਗਾ। ਕਲੀਅਰ? ਜਿਹੜੇ ਪੀ ਟਾਈਪ ਸੈਮੀ ਕੰਡਕਟਰਸ ਨੇ ਇਹਨਾਂ 'ਚ ਜ਼ਿਆਦਾ ਕਰੰਟ ਹੋਲਸ ਕਾਰਨ ਬਣੇਗਾ, ਪੋਜ਼ਿਟਿਵ ਚਾਰਜ ਪਾਰਟੀਕਲਸ ਕਾਰਨ ਬਣੇਗਾ। ਇਸ ਕਰਕੇ ਇਹਨਾਂ ਸੈਮੀ ਕੰਡਕਟਰਸ ਨੂੰ ਕੀ ਬੋਲਿਆ ਜਾਂਦਾ ਬੇਟਾ? ਪੋਜ਼ਿਟਿਵ ਟਾਈਪ ਸੈਮੀ ਕੰਡਕਟਰਸ ਬੋਲਿਆ ਜਾਂਦਾ। ਦੈਟਸ ਵਾਈ ਦੀਜ਼ ਆਰ ਨੋਨ ਐਜ਼ ਪੋਜ਼ਿਟਿਵ ਟਾਈਪ ਸੈਮੀ ਕੰਡਕਟਰਸ। ਨਾਮ ਤੋਂ ਕਲੀਅਰ ਹੈ, ਇਹ ਉਹ ਸੈਮੀ ਕੰਡਕਟਰਸ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾ ਕਰੰਟ ਪੋਜ਼ਿਟਿਵ ਚਾਰਜ ਪਾਰਟੀਕਲਸ ਮਤਲਬ ਹੋਲਸ ਕਾਰਨ ਬਣੇਗਾ। ਠੀਕ ਹੈ। ਪੀ ਟਾਈਪ ਸੈਮੀ ਕੰਡਕਟਰਸ 'ਚ ਬੇਟਾ ਜਿਹੜੇ ਜ਼ਿਆਦਾ ਗਿਣਤੀ 'ਚ ਨੇ, ਜ਼ਿਆਦਾ ਗਿਣਤੀ 'ਚ ਬੇਟਾ ਹੋਲਸ ਨੇ, ਤਾਂ ਹੋਲਸ ਨੂੰ ਬੋਲਦੇ ਨੇ ਮੈਜੋਰਿਟੀ ਚਾਰਜ ਕੈਰੀਅਰਸ। ਮੈਜੋਰਿਟੀ ਚਾਰਜ ਕੈਰੀਅਰਸ। ਐਂਡ ਇਲੈਕਟ੍ਰੋਨਸ ਦੀ ਗਿਣਤੀ ਘੱਟ ਹੈ, ਇਸ ਕਰਕੇ ਇਹਨਾਂ ਨੂੰ ਬੋਲਦੇ ਨੇ ਮਾਈਨੋਰਿਟੀ ਚਾਰਜ ਕੈਰੀਅਰਸ। ਮਤਲਬ ਜਿਹੜੇ ਜ਼ਿਆਦਾ ਗਿਣਤੀ 'ਚ ਨੇ ਦੀਜ਼ ਆਰ ਨੋਨ ਐਜ਼ ਮੈਜੋਰਿਟੀ ਚਾਰਜ ਕੈਰੀਅਰਸ, ਜਿਹੜੇ ਘੱਟ ਗਿਣਤੀ 'ਚ ਨੇ ਦੀਜ਼ ਆਰ ਨੋਨ ਐਜ਼ ਮਾਈਨੋਰਿਟੀ ਚਾਰਜ ਕੈਰੀਅਰ। ਪੀ ਟਾਈਪ ਸੈਮੀ ਕੰਡਕਟਰਸ 'ਚ ਪੋਜ਼ਿਟਿਵ ਚਾਰਜ ਕੈਰੀਅਰਸ ਦੀ ਗਿਣਤੀ ਜ਼ਿਆਦਾ ਹੁੰਦੀ ਹੈ, ਨੈਗੇਟਿਵ ਚਾਰਜ ਕੈਰੀਅਰਸ ਦੀ ਗਿਣਤੀ ਘੱਟ ਹੁੰਦੀ ਹੈ। NE ਦੇ ਨਾਲੋਂ NH ਬਹੁਤ ਜ਼ਿਆਦਾ ਹੁੰਦੇ ਨੇ। ਤਾਂ ਬੇਟਾ ਆਹ ਨੂਮੈਰੀਕਲਸ ਵਾਸਤੇ ਖਿਆਲ ਰੱਖਣਾ ਇਸ ਚੀਜ਼ਾਂ ਦਾ ਵੀ ਪੀ ਟਾਈਪ ਸੈਮੀ ਕੰਡਕਟਰਸ 'ਚ ਇਲੈਕਟ੍ਰੋਨ ਦੀ ਨੰਬਰ ਡੈਂਸਿਟੀ ਨਾਲੋਂ ਹੋਲਸ ਦੀ ਨੰਬਰ ਡੈਂਸਿਟੀ ਜ਼ਿਆਦਾ ਹੁੰਦੀ ਹੈ ਬੇਟਾ। ਐਗਰੀਡ? ਸਮਝ ਆ ਗਿਆ? ਦਿਸ ਇਜ਼ ਪੀ ਟਾਈਪ ਸੈਮੀ ਕੰਡਕਟਰ। ਕਲੀਅਰ?
ਕੋਈ ਕਨਫਿਊਜ਼ਨ ਤਾਂ ਨਹੀਂ? ਪੀ ਟਾਈਪ ਸੈਮੀਕੰਡਕਟਰ ਕਿਵੇਂ ਬਣਦੇ ਨੇ ਪਤਾ ਚੱਲ ਗਿਆ ਨਾ। ਇੰਟ੍ਰਿੰਸਿਕ ਸੈਮੀਕੰਡਕਟਰਸ 'ਚ ਟ੍ਰਾਈਵੈਲੈਂਟ ਇੰਪਿਓਰਟੀਜ਼ ਐਡ ਕਰਨ ਨਾਲ ਪੀ ਟਾਈਪ ਸੈਮੀਕੰਡਕਟਰ ਬਣਦੇ ਨੇ। ਕਿਉਂ ਕਿਹਾ ਜਾਂਦਾ ਇਹਨਾਂ ਨੂੰ ਪੀ ਟਾਈਪ? ਕਿਉਂਕਿ ਇਹਨਾਂ ਦੇ ਵਿੱਚ ਟ੍ਰਾਈਵੈਲੈਂਟ ਇੰਪਿਓਰਟੀਜ਼ ਐਡ ਕਰਨ ਨਾਲ ਹੋਲਸ ਕ੍ਰੀਏਟ ਹੁੰਦੀਆਂ ਨੇ। ਹੋਲਸ ਕੈਰੀਜ਼ ਪੋਜ਼ਿਟਿਵ ਚਾਰਜ, ਹੈ ਨਾ, ਅਤੇ ਜ਼ਿਆਦਾ ਕਰੰਟ ਇਹਨਾਂ ਸੈਮੀਕੰਡਕਟਰਸ 'ਚ ਪੋਜ਼ਿਟਿਵ ਚਾਰਜ ਹੋਲਸ ਕਾਰਨ ਬਣਦਾ ਹੈ ਨਾ। ਦੈਟਸ ਵਾਈ ਇਟ ਇਜ਼ ਨੋਨ ਐਜ਼ ਪੋਜ਼ਿਟਿਵ ਟਾਈਪ ਸੈਮੀਕੰਡਕਟਰਸ ਜਾਂ ਪੀ ਟਾਈਪ ਸੈਮੀਕੰਡਕਟਰਸ, ਹੈ ਨਾ। ਨਾਓ ਕਮ ਟੂ ਐਨ ਟਾਈਪ ਸੈਮੀਕੰਡਕਟਰ। N type semiconductors, okay। N type semiconductors ਤੁਹਾਨੂੰ ਸਮਝ ਆ ਗਈ ਹੋਏਗੀ ਬੇਟਾ। ਅਗਰ ਅਸੀਂ ਇੰਟ੍ਰਿੰਸਿਕ ਸੈਮੀਕੰਡਕਟਰਸ 'ਚ ਪੈਂਟਾਵੈਲੈਂਟ ਇੰਪਿਓਰਟੀ ਐਡ ਕਰ ਦਾਂਗੇ, ਪੈਂਟਾਵੈਲੈਂਟ ਇੰਪਿਓਰਟੀਜ਼, ਫਿਰ ਜਿਹੜੇ ਸੈਮੀਕੰਡਕਟਰ ਬਣਨਗੇ ਉਹਨਾਂ ਨੂੰ ਅਸੀਂ ਕੀ ਬੋਲਾਂਗੇ? N type semiconductors। Pentavalent impurities like arsenic, है ना। इंट्रिंसिक सैमीकंडक्टर्स ਦੇ ਵਿੱਚ ਅਗਰ ਅਸੀਂ ਪੈਂਟਾਵੈਲੈਂਟ ਇੰਪਿਓਰਟੀਜ਼ ਐਡ ਕਰਾਂਗੇ ਫਿਰ ਅਸੀਂ ਐਨ ਟਾਈਪ ਸੈਮੀਕੰਡਕਟਰ ਓਬਟੇਨ ਕਰ ਸਕਦੇ ਹਾਂ, ਠੀਕ ਹੈ। ਐਨ ਟਾਈਪ ਸੈਮੀਕੰਡਕਟਰਸ ਪੈਂਟਾਵੈਲੈਂਟ ਇੰਪਿਓਰਟੀਜ਼ ਆਪਣਾ 5th ਇਲੈਕਟ੍ਰੋਨ ਡੋਨੇਟ ਕਰ ਦਿੰਦੇ ਹੁੰਦੇ ਨੇ। ਦੈਟਸ ਵਾਈ ਇਸਨੂੰ ਅਸੀਂ ਡੋਨਰ ਇੰਪਿਓਰਟੀਜ਼ ਵੀ ਬੋਲ ਦਿੰਦੇ ਹਾਂ। ਯਾਦ ਹੈ ਨਾ ਬੇਟਾ, ਦੱਸਿਆ ਮੈਂ ਤੁਹਾਨੂੰ, ਕਿਉਂਕਿ ਆਪਣਾ 5th ਇਲੈਕਟ੍ਰੋਨ ਡੋਨੇਟ ਕਰ ਦਿੰਦੇ ਨੇ, ਇਹਨਾਂ ਨੂੰ ਡੋਨਰ ਇੰਪਿਓਰਟੀਜ਼ ਕਹਿੰਦੇ ਆ। ਹੁਣ ਜਿਹੜਾ ਆਪਣਾ ਇਹ ਸਬਸਟਾਂਸ ਹੈ ਇਹ ਇੰਟ੍ਰਿੰਸਿਕ ਹੈ, ਦਿਸ ਇਜ਼ ਇੰਟ੍ਰਿੰਸਿਕ, ਕਿਉਂਕਿ ਇਸ 'ਚ ਸਾਰੇ ਹੀ ਐਟਮਸ ਕਿਸ ਦੇ ਨੇ ਬੇਟਾ? ਸਿਲੀਕੋਨ ਦੇ ਨੇ। ਅਸੀਂ ਇਸ 'ਚ ਪੈਂਟਾਵੈਲੈਂਟ ਇੰਪਿਓਰਟੀਜ਼ ਐਟਮ ਐਡ ਕਰਦੇ ਹਾਂ, ਲਾਈਕ ਆਰਸੈਨਿਕ ਐਡ ਕਰਤਾ। ਆਰਸੈਨਿਕ ਕੋਲ 5 ਵੈਲੈਂਸ ਇਲੈਕਟ੍ਰੋਨ ਸੀਗੇ, 5, ਜਿਨ੍ਹਾਂ 'ਚੋਂ 4 ਇਲੈਕਟ੍ਰੋਨਸ 4 ਕੋਵਲੈਂਟ ਬੌਂਡ ਕੰਪਲੀਟ ਕਰ ਦੇਣਗੇ। 5th ਇਲੈਕਟ੍ਰੋਨ ਜਿਹੜਾ ਬਚੇਗਾ ਉਹਨੂੰ ਇਹ ਡੋਨੇਟ ਕਰ ਦੇਣਗੇ ਫ੍ਰੀ। ਕਲੀਅਰ? ਹਰ ਆਰਸੈਨਿਕ ਐਟਮ, ਜਿੰਨੇ ਆਰਸੈਨਿਕ ਐਟਮ ਐਡ ਕਰੋਗੇ, ਹਰ ਆਰਸੈਨਿਕ ਐਟਮ ਆਪਣਾ 5th ਇਲੈਕਟ੍ਰੋਨ ਡੋਨੇਟ ਕਰਦੇ। ਜਿੰਨੇ ਆਰਸੈਨਿਕ ਐਟਮ ਐਡ ਕਰੋਗੇ ਹਰ ਆਰਸੈਨਿਕ ਐਟਮ ਆਪਣਾ 5th ਇਲੈਕਟ੍ਰੋਨ ਡੋਨੇਟ ਕਰਦੇ। ਲਾਈਕ ਤੁਸੀਂ ਉਰੇ ਵੀ ਆਰਸੈਨਿਕ ਐਟਮ ਐਡ ਕੀਤਾ, ਇਸ ਨੇ ਵੀ ਆਪਣਾ 5th ਇਲੈਕਟ੍ਰੋਨ ਡੋਨੇਟ ਕਰ ਦੇਣਾ, ਹੈ ਨਾ। ਜਿੰਨੇ ਆਰਸੈਨਿਕ ਐਟਮ ਐਡ ਕਰੋਗੇ ਹਰ ਆਰਸੈਨਿਕ ਐਟਮ ਨੇ ਆਪਣਾ 5th ਇਲੈਕਟ੍ਰੋਨ ਕੀ ਕਰ ਦੇਣਾ ਬੇਟਾ? ਡੋਨੇਟ। ਕਲੀਅਰ? ਆਰਸੈਨਿਕ ਐਟਮ ਨੂੰ ਅਸੀਂ ਕੀ ਬੋਲਦੇ ਹੁੰਦੇ ਹਾਂ? ਡੋਨਰ ਇੰਪਿਓਰਟੀਜ਼। ਡੋਨਰ ਦੈਟ ਮੀਨਸ, ਹੈ ਨਾ, ਐਨ ਟਾਈਪ ਸੈਮੀਕੰਡਕਟਰਸ 'ਚ ਜਿੰਨੀਆਂ ਡੋਨਰ ਇੰਪਿਓਰਟੀਜ਼ ਹੋਣਗੀਆਂ ਓਨੀ ਹੀ ਨੰਬਰ ਡੈਂਸਿਟੀ ਇਲੈਕਟ੍ਰੋਨਸ ਦੀ ਹੋਏਗੀ। ਜਿੰਨੀਆਂ ਡੋਨਰ ਇੰਪਿਓਰਟੀਜ਼, 5 ਡੋਨਰ ਇੰਪਿਓਰਟੀਜ਼ ਐਟਮ ਐਡ ਕੀਤੀਆਂ, ਹਰ ਡੋਨਰ ਇੰਪਿਓਰਟੀ ਐਟਮ 1 ਇਲੈਕਟ੍ਰੋਨ ਫ੍ਰੀ ਕਰ ਦੇਗੀ। ਤਾਂ 5 ਇੰਪਿਓਰਟੀਜ਼ ਐਟਮ ਐਡ ਕੀਤੀਆਂ ਤਾਂ 5 ਇਲੈਕਟ੍ਰੋਨਸ ਫ੍ਰੀ ਹੋ ਜਾਣਗੇ। ਮਤਲਬ ਜੇ 50% ਇੰਪਿਓਰਟੀ ਐਟਮਸ ਐਡ ਕੀਤੇ ਤਾਂ 50% ਇਲੈਕਟ੍ਰੋਨਸ ਫ੍ਰੀ ਹੋ ਜਾਣਗੇ। ਹੁਣ ਜਿਸ ਸਬਸਟਾਂਸ ਕੋਲ 0 ਕੈਲਵਿਨ ਟੈਂਪਰੇਚਰ 'ਤੇ ਕੋਈ ਵੀ ਇਲੈਕਟ੍ਰੋਨ ਫ੍ਰੀ ਨਹੀਂ ਸੀ, ਜਿਸ ਕਾਰਨ ਇਹ ਸਬਸਟਾਂਸ ਇਲੈਕਟ੍ਰੀਸਿਟੀ ਕੰਡਕਟ ਨਹੀਂ ਕਰ ਪਾ ਰਿਹਾ ਸੀ, ਇਸ ਦੇ ਵਿੱਚ ਅਸੀਂ ਇੰਪਿਓਰਟੀ ਐਟਮਸ ਐਡ ਕਰਤੀਆਂ। ਇੰਪਿਓਰਟੀ ਐਟਮਸ ਐਡ ਕਰਨ ਨਾਲ ਇਲੈਕਟ੍ਰੋਨਸ ਫ੍ਰੀ ਹੋ ਗਏ। ਇਹਨਾਂ ਫ੍ਰੀ ਇਲੈਕਟ੍ਰੋਨਸ ਕਾਰਨ ਹੁਣ ਇਹ ਸਬਸਟਾਂਸ ਇਲੈਕਟ੍ਰੀਸਿਟੀ ਕੰਡਕਟ ਕਰ ਸਕਦਾ ਹੈ ਐਟ 0 ਕੈਲਵਿਨ ਟੈਂਪਰੇਚਰ। It conducts electricity due to the presence of these free electrons। ਸਮਝ ਗਏ? ਇਹ ਮੈਂ ਤੁਹਾਨੂੰ ਬੌਂਡ ਥਿਊਰੀ ਦੇ ਅਕੋਰਡਿੰਗ ਦੱਸਿਆ। ਕਮ ਟੂ ਬੈਂਡ ਥਿਊਰੀ। ਬੈਂਡ ਥਿਊਰੀ ਦੇ ਵਿੱਚ ਐਟ 0 ਕੈਲਵਿਨ ਟੈਂਪਰੇਚਰ, ਹੈ ਨਾ, ਕੰਡਕਸ਼ਨ ਬੈਂਡ ਟੋਟਲੀ ਐਮਪਟੀ ਹੈ, ਵੇਲੈਂਸ ਬੈਂਡ ਫੀਲਡ ਹੈ ਨਾ, ਬਟ ਇਹ ਸਬਸਟਾਂਸ ਇਲੈਕਟ੍ਰੀਸਿਟੀ ਕੰਡਕਟ ਨਹੀਂ ਕਰ ਪਾ ਰਿਹਾ। ਇਹ ਇੰਟ੍ਰਿੰਸਿਕ ਸੈਮੀਕੰਡਕਟਰ ਹੈ ਨਾ। ਅਸੀਂ ਇਸ ਦੇ ਵਿੱਚ ਕੀ ਐਡ ਕਰਤੀਆਂ ਬੇਟਾ? ਪੈਂਟਾਵੈਲੈਂਟ ਇੰਪਿਓਰਟੀਜ਼ ਐਟਮ ਐਡ ਕਰਤੇ। ਹਰ ਪੈਂਟਾਵੈਲੈਂਟ ਇੰਪਿਓਰਟੀ ਐਟਮ ਐਡ ਕਰਨ ਨਾਲ ਇਲੈਕਟ੍ਰੋਨਸ ਫ੍ਰੀ ਹੋਏ। ਜਿਹੜੇ ਬੇਟਾ ਇਲੈਕਟ੍ਰੋਨਸ ਫ੍ਰੀ ਹੋਏ, ਜਿਹੜੇ ਇੰਪਿਓਰਟੀ ਐਟਮਸ ਐਡ ਕਰਨ ਨਾਲ ਬਣੇ ਨੇ, ਜਿਹੜੇ ਇਲੈਕਟ੍ਰੋਨਸ ਫ੍ਰੀ ਹੋਏ ਨੇ ਡਿਊ ਟੂ ਇੰਪਿਓਰਟੀ ਐਟਮਸ, ਉਹ ਸਾਰੇ ਇਲੈਕਟ੍ਰੋਨਸ ਕੰਡਕਸ਼ਨ ਬੈਂਡ ਦੇ ਨੇੜੇ ਇੱਕ ਅਲੱਗ ਲੈਵਲ ਬਣਾ ਲੈਂਦੇ ਨੇ, ਉਸ 'ਚ ਆ ਜਾਂਦੇ ਨੇ। ਦੈਟ ਲੈਵਲ ਇਜ਼ ਨੋਨ ਐਜ਼ ਡੋਨਰ ਐਨਰਜੀ ਲੈਵਲ। ਇਸ 'ਚ ਆ ਜਾਂਦੇ ਨੇ ਬੇਟਾ ਇਲੈਕਟ੍ਰੋਨਸ, ਠੀਕ ਹੈ। ਕਿਉਂਕਿ ਇਹ ਜਿਹੜੇ ਇਲੈਕਟ੍ਰੋਨਸ ਹੈ ਬੇਟਾ, ਇਹ ਇਟ ਲਾਈਜ਼ ਨੀਅਰ ਟੂ ਕੰਡਕਸ਼ਨ ਬੈਂਡ। ਥੋੜ੍ਹੀ ਜਿਹੀ ਲਿਟਲ ਬਿਟ ਜੀ ਐਨਰਜੀ ਮਿਲਣ ਨਾਲ ਇਹ ਇਲੈਕਟ੍ਰੋਨਸ ਉੱਪਰ ਸ਼ਿਫਟ ਹੋ ਜਾਂਦੇ ਨੇ, ਕੰਡਕਸ਼ਨ ਬੈਂਡ 'ਚ ਚਲੇ ਜਾਂਦੇ, ਹੈ ਨਾ, ਉਰੇ ਆ ਜਾਂਦੇ ਨੇ। ਜਦੋਂ ਇਲੈਕਟ੍ਰੋਨ ਕੰਡਕਸ਼ਨ ਬੈਂਡ 'ਚ ਚਲੇ ਗਏ, ਪਿੱਛੋਂ ਇਹ ਲੈਵਲ ਖਤਮ ਹੋ ਜਾਂਦਾ ਹੈ। ਇਹ ਲੈਵਲ ਖਤਮ ਹੋ ਜਾਂਦਾ ਹੈ
ਕਿਸੇ ਬੱਚੋ ਤੁਹਾਡੇ ਦਿਮਾਗ 'ਚ ਆ ਸਕਦਾ ਹੈ ਵੀ ਜਦੋਂ ਇਹ ਇਲੈਕਟ੍ਰੋਨ ਉੱਪਰ ਜਾਣਗੇ ਤਾਂ ਪਿੱਛੇ ਹੋਲ ਕ੍ਰੀਏਟ ਹੋਣਗੇ, ਵੀ ਪਿੱਛੇ ਹੋਲ ਕ੍ਰੀਏਟ ਹੋਣਗੇ। ਨਹੀਂ ਕ੍ਰੀਏਟ ਹੁੰਦੇ ਬੇਟਾ। ਕਿਉਂ ਨਹੀਂ ਕ੍ਰੀਏਟ ਹੁੰਦੇ? ਕਿਉਂਕਿ ਇਹ ਤਾਂ ਫ੍ਰੀ ਇਲੈਕਟ੍ਰੋਨਸ ਨੇ। ਤੁਸੀਂ ਇੱਥੇ ਦੇਖੋ ਬੌਂਡ ਥਿਊਰੀ 'ਚ ਇਹ ਇਲੈਕਟ੍ਰੋਨ ਫ੍ਰੀ ਹੈ ਨਾ ਬੇਟਾ, ਬੋਲੋ। ਇਹ ਇਲੈਕਟ੍ਰੋਨ ਇੱਥੇ ਤੋਂ ਉਰੇ ਚਲਾ ਗਿਆ, ਕੀ ਪਿੱਛੇ ਹੋਲ ਕ੍ਰੀਏਟ ਹੋ ਜਾਊਗਾ? ਨਹੀਂ। ਹੋਲ ਤਾਂ ਕ੍ਰੀਏਟ ਹੋਊਗਾ ਜੇ ਇਹ ਇਲੈਕਟ੍ਰੋਨ ਬਾਉਂਡ ਹੁੰਦਾ। ਮੰਨ ਲਓ ਜਿਵੇਂ ਆਹ ਇਲੈਕਟ੍ਰੋਨ ਬਾਉਂਡ ਨੇ, ਆਹ ਇਲੈਕਟ੍ਰੋਨ ਇੱਥੇ ਤੋਂ ਉਰੇ ਵੀ ਆ ਗਿਆ ਤਾਂ ਹੋਲ ਕ੍ਰੀਏਟ ਹੋ ਜਾਊਗਾ, ਕਿਉਂਕਿ ਆਹ ਇਲੈਕਟ੍ਰੋਨ ਬਾਉਂਡ ਸੀਗਾ। ਇਹ ਇਲੈਕਟ੍ਰੋਨ ਬਾਉਂਡ, ਇਸ ਇਲੈਕਟ੍ਰੋਨ ਤੇ ਬੇਟਾ ਇਸ ਇਲੈਕਟ੍ਰੋਨ 'ਚ ਫਰਕ ਹੈ। ਇਹ ਇਲੈਕਟ੍ਰੋਨ ਤਾਂ ਫ੍ਰੀ ਸੀਗਾ, ਇਹਨੇ ਆਪਣਾ ਇਲੈਕਟ੍ਰੋਨ ਡੋਨੇਟ ਕਰਤਾ ਸੀਗਾ ਬੇਟਾ। ਇਸ ਆਰਸੈਨਿਕ ਐਟਮ ਨੇ ਆਪਣਾ ਇਲੈਕਟ੍ਰੋਨ ਡੋਨੇਟ ਕਰਤਾ ਸੀ ਕਿਉਂਕਿ ਇਹਦਾ ਇਲੈਕਟ੍ਰੋਨ ਫ੍ਰੀ ਸੀਗਾ। ਇਹ ਪਿੱਛੇ ਹੋਲ ਕ੍ਰੀਏਟ ਨਹੀਂ ਕਰਦਾ। ਹੋਲ ਸਿਰਫ ਉਹ ਇਲੈਕਟ੍ਰੋਨ ਕ੍ਰੀਏਟ ਕਰੇਗਾ ਜਿਹੜਾ ਬਾਉਂਡ ਹੋਏਗਾ। ਜਿਵੇਂ ਆ ਸਿਲੀਕੋਨ ਐਟਮ ਦੇ ਜਿਹੜੇ ਇਲੈਕਟ੍ਰੋਨਸ ਹੈ ਬਾਉਂਡ ਹੈ ਨਾ ਵਿਦ ਦਾ ਹੈਲਪ ਆਫ ਕੋਵਲੈਂਟ ਬੌਂਡ। ਜਦੋਂ ਤੁਸੀਂ ਇਹਨਾਂ ਨੂੰ ਫ੍ਰੀ ਕਰੋਗੇ, ਆਹ ਵਾਲੇ ਸਿਲੀਕੋਨ ਐਟਮ ਦੇ ਇਲੈਕਟ੍ਰੋਨਸ ਨੂੰ ਫ੍ਰੀ ਕਰੋਗੇ, ਫੇਰ ਹੋਲ ਕ੍ਰੀਏਟ ਹੋਏਗਾ, ਹੈ ਨਾ। ਆਰਸੈਨਿਕ ਐਟਮ ਦੇ ਜਿਹੜੇ ਇਲੈਕਟ੍ਰੋਨਸ ਫ੍ਰੀ ਹੁੰਦੇ ਨੇ, ਇਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਫ੍ਰੀਲੀ ਮੂਵ ਕਰ ਸਕਦੇ ਨੇ। ਇਹ ਵਾਲੇ ਇਲੈਕਟ੍ਰੋਨਸ ਹੋਲ ਕ੍ਰੀਏਟ ਨਹੀਂ ਕਰਦੇ। ਬੇਟਾ ਸਮਝ ਆ ਗਈ? ਕੋਈ ਕਨਫਿਊਜ਼ਨ ਨਾ ਰੱਖਿਓ। ਜਿਹੜੇ ਇਲੈਕਟ੍ਰੋਨ ਆਰਸੈਨਿਕ ਐਟਮ ਕੋਲ 5 ਇਲੈਕਟ੍ਰੋਨ ਸੀਗੇ, 5 ਇਲੈਕਟ੍ਰੋਨਸ, ਉਹਨਾਂ 'ਚੋਂ 4 ਇਲੈਕਟ੍ਰੋਨ ਨੇ ਕੋਵਲੈਂਟ ਬੌਂਡ ਬਣਾ ਲਿਆ, 5ਵਾਂ ਇਲੈਕਟ੍ਰੋਨ ਫ੍ਰੀ ਸੀ। ਉਹ ਇਲੈਕਟ੍ਰੋਨ ਉਹਨੇ ਕੀ ਕਰਤਾ? ਡੋਨੇਟ। ਉਹ ਇਲੈਕਟ੍ਰੋਨ ਹੋਲ ਕ੍ਰੀਏਟ ਨਹੀਂ ਕਰੇਗਾ, ਡਸ ਨੋਟ ਕ੍ਰੀਏਟ ਹੋਲ। ਜਿਹੜਾ 5th ਇਲੈਕਟ੍ਰੋਨ ਹੈ ਨਾ ਬੇਟਾ, ਇਹ ਫ੍ਰੀ ਹੈ, ਇਸ ਨੂੰ ਇੰਪਿਓਰਟੀ ਐਟਮ ਨੇ ਡੋਨੇਟ ਕਰਤਾ, ਇਹ ਕੋਈ ਹੋਲ ਕ੍ਰੀਏਟ ਨਹੀਂ ਕਰੇਗਾ। ਇਸ ਕਰਕੇ ਮੈਂ ਤੁਹਾਨੂੰ ਕਿਹਾ ਵੀ ਜਿਹੜੇ ਇਲੈਕਟ੍ਰੋਨਸ ਇੰਪਿਓਰਟੀ ਐਟਮ ਤੋਂ ਆਉਂਦੇ ਨੇ, ਉਹ ਆਪਣਾ ਇੱਕ ਅਲੱਗ ਲੈਵਲ ਬਣਾ ਲੈਂਦੇ ਨੇ, ਡੋਨਰ ਐਨਰਜੀ ਲੈਵਲ ਵਿਚ ਲਾਈਜ਼ ਨੀਅਰ ਟੂ ਕੰਡਕਸ਼ਨ ਬੈਂਡ। ਥੋੜ੍ਹੀ ਜਿਹੀ ਐਨਰਜੀ ਮਿਲਣ ਨਾਲ ਉਹ ਇਲੈਕਟ੍ਰੋਨਸ ਕੰਡਕਸ਼ਨ ਬੈਂਡ ਚਲੇ ਜਾਂਦੇ ਨੇ। ਇਹ ਲੈਵਲ ਖਤਮ ਹੋ ਜਾਂਦਾ, ਬੇਟਾ। ਕੋਈ ਹੋਲ ਨਹੀਂ ਕ੍ਰੀਏਟ ਹੁੰਦਾ, ਇਹ ਸੀਨਾ ਬਣ ਜਾਂਦਾ। ਦੇਖੋ ਇਹ ਲੈਵਲ ਖਤਮ ਹੋ ਜਾਂਦਾ, ਡੋਨਰ, ਆਹੀ ਲਿਖ ਲਓ ਤੁਸੀਂ, ਡੋਨਰ ਐਨਰਜੀ ਲੈਵਲ ਖਤਮ ਹੋ ਗਿਆ। ਇਲੈਕਟ੍ਰੋਨਸ ਕਿੱਥੇ ਚਲੇ ਗਏ? ਕੰਡਕਸ਼ਨ ਬੈਂਡ 'ਚ। ਕਿਸੇ ਤਰ੍ਹਾਂ ਦਾ ਕੋਈ ਹੋਲ ਕ੍ਰੀਏਟ ਨਹੀਂ ਹੋਏਗਾ ਬੇਟਾ, ਕੋਈ ਹੋਲ ਕ੍ਰੀਏਟ ਨਹੀਂ ਹੋਏਗਾ, ਬਿਕੋਜ਼ ਇਹ ਫ੍ਰੀ ਇਲੈਕਟ੍ਰੋਨਸ ਸੀਗੇ। ਫ੍ਰੀ ਇਲੈਕਟ੍ਰੋਨਸ ਆਪਣੀ ਜਗ੍ਹਾ ਚੇਂਜ ਕਰ ਸਕਦੇ ਨੇ। ਫ੍ਰੀ ਇਲੈਕਟ੍ਰੋਨਸ ਆਪਣੀ ਜਗ੍ਹਾ ਚੇਂਜ ਕਰਨਗੇ ਤਾਂ ਪਿੱਛੇ ਕੋਈ ਹੋਲ ਕ੍ਰੀਏਟ ਨਹੀਂ ਕਰਨਗੇ। ਹੋਲ ਕ੍ਰੀਏਟ ਸਿਰਫ ਉਹ ਇਲੈਕਟ੍ਰੋਨਸ ਕਰਨਗੇ ਜਿਹੜੇ ਬਾਉਂਡਡ ਨੇ। ਫ੍ਰੀ ਇਲੈਕਟ੍ਰੋਨਸ ਹੋਲ ਕ੍ਰੀਏਟ ਨਹੀਂ ਕਰਦੇ, ਬਾਉਂਡਡ ਇਲੈਕਟ੍ਰੋਨਸ ਹੋਲ ਕ੍ਰੀਏਟ ਕਰਦੇ ਨੇ। ਇਹ ਇਲੈਕਟ੍ਰੋਨਸ ਫ੍ਰੀ ਨੇ, ਅੰਡਰਸਟੈਂਡ, ਫ੍ਰੀ ਔਰ ਬਾਉਂਡਡ ਇਲੈਕਟ੍ਰੋਨਸ। ਮੈਂ ਇੱਕ ਐਗਜ਼ਾਮਪਲ ਤੁਹਾਨੂੰ ਦੇ ਰਿਹਾ, ਫ੍ਰੀ ਇਲੈਕਟ੍ਰੋਨਸ ਇਹ ਹੋਲ ਕ੍ਰੀਏਟ ਨਹੀਂ ਕਰਦੇ। ਫ੍ਰੀ ਇਲੈਕਟ੍ਰੋਨਸ ਡਜ਼ ਨੋਟ ਕ੍ਰੀਏਟ ਹੋਲ। ਬਾਉਂਡਡ ਇਲੈਕਟ੍ਰੋਨਸ ਕ੍ਰੀਏਟਸ ਹੋਲ। ਬਾਉਂਡਡ ਇਲੈਕਟ੍ਰੋਨਸ ਹੋਲ ਕ੍ਰੀਏਟ ਕਰਦੇ ਹੁੰਦੇ ਨੇ, ਫ੍ਰੀ ਨਹੀਂ। ਤਾਂ ਜਿਹੜੇ ਇੰਪਿਓਰਟੀ ਐਟਮਸ ਤੋਂ ਇਲੈਕਟ੍ਰੋਨਸ ਬਣੇ ਨੇ, ਇਹ ਇਲੈਕਟ੍ਰੋਨਸ ਫ੍ਰੀ ਨੇ। ਫ੍ਰੀ ਹੋਣ ਕਰਕੇ ਇਹ ਕੋਈ ਹੋਲ ਕ੍ਰੀਏਟ ਨਹੀਂ ਕਰਨਗੇ। ਜਿਹੜੇ ਇਲੈਕਟ੍ਰੋਨ ਸਿਲੀਕੋਨ ਐਟਮ ਦੇ ਬੌਂਡਸ ਤੋਂ ਬਣਨਗੇ, ਬਾਉਂਡਡ, ਹੈ ਨਾ, ਉਹ ਹੋਲ ਕ੍ਰੀਏਟ ਕਰਨਗੇ। ਤਾਂ ਇਹ ਤੁਹਾਡੇ ਕੋਲ ਸਿਚੁਏਸ਼ਨ ਆ ਬਣ ਜਾਏਗੀ ਬੇਟਾ ਵੀ ਐਟ 0 ਕੈਲਵਿਨ ਟੈਂਪਰੇਚਰ ਇਹ ਸਾਰੇ ਇਲੈਕਟ੍ਰੋਨ ਡੋਨਰ ਐਨਰਜੀ ਲੈਵਲ ਸੀਗੇ। ਥੋੜ੍ਹੀ ਜਿਹੀ ਐਨਰਜੀ ਮਿਲਣ ਨਾਲ ਹੀ ਇਹ ਕਿੱਥੇ ਚਲੇ ਗਏ? ਕੰਡਕਸ਼ਨ ਬੈਂਡ 'ਚ। ਐਂਡ ਸਬਸਟਾਂਸ ਸਟਾਰਟਸ ਕੰਡਕਟਿੰਗ ਇਲੈਕਟ੍ਰੀਸਿਟੀ। ਡੋਨਰ ਐਨਰਜੀ ਲੈਵਲ ਖਤਮ ਹੋ ਜਾਏਗਾ। ਉਹ ਡੋਨਰ ਐਨਰਜੀ ਲੈਵਲ ਦੇ ਜੋ ਇਲੈਕਟ੍ਰੋਨ ਸੀਗੇ ਉਹ ਕਿੱਥੇ ਚਲੇ ਗਏ ਬੇਟਾ? ਕੰਡਕਸ਼ਨ ਬੈਂਡ ਚਲੇ ਗਏ। ਠੀਕ ਹੈ। ਕੀ ਹੋਊਗਾ ਇਫ ਵੀ ਰਾਈਜ਼ ਦਾ ਟੈਂਪਰੇਚਰ? ਇੰਨਾ ਸਮਝ ਆ ਗਿਆ ਨਾ ਬੇਟਾ? ਆ ਗਿਆ। ਕੀ ਹੋਊਗਾ ਅਗਰ ਅਸੀਂ ਟੈਂਪਰੇਚਰ ਰਾਈਜ਼ ਕਰਾਂਗੇ? ਇਫ ਵੀ ਰਾਈਜ਼ ਦਾ ਟੈਂਪਰੇਚਰ, ਅਗਰ ਅਸੀਂ ਟੈਂਪਰੇਚਰ ਵਧਾਵਾਂਗੇ ਤਾਂ ਕੁਝ ਕੋਵਲੈਂਟ ਬੌਂਡ ਟੁੱਟਣਗੇ। ਲਾਈਕ ਆਹ ਕੋਵਲੈਂਟ ਬੌਂਡ ਟੁੱਟ ਗਿਆ, ਇਹਦਾ ਇਲੈਕਟ੍ਰੋਨ ਫ੍ਰੀ ਹੋ ਗਿਆ। ਇਲੈਕਟ੍ਰੋਨ ਫ੍ਰੀ ਹੋਣ ਨਾਲ ਪਿੱਛੇ ਕੀ ਕ੍ਰੀਏਟ ਹੋ ਜਾਏਗਾ? ਹੋਲ, ਕਿਉਂਕਿ ਇਹ ਇਲੈਕਟ੍ਰੋਨ ਬਾਉਂਡਡ ਸੀਗਾ ਕੋਵਲੈਂਟ ਬੌਂਡ ਨਾਲ। ਮੰਨ ਲਓ ਆਹ ਕੋਵਲੈਂਟ ਬੌਂਡ ਟੁੱਟ ਗਿਆ, ਹੈ ਨਾ, ਇਹ ਇਲੈਕਟ੍ਰੋਨ ਫ੍ਰੀ ਹੋ ਗਿਆ। ਪਿੱਛੇ ਇਹ ਬਾਉਂਡਡ ਇਲੈਕਟ੍ਰੋਨ ਸੀਗਾ, ਪਿੱਛੇ ਕੀ ਕ੍ਰੀਏਟ ਹੋ ਜਾਏਗੀ? ਹੋਲ। ਜਿੰਨੇ ਕੋਵਲੈਂਟ ਬੌਂਡ ਟੁੱਟਣਗੇ, ਜਿੰਨੇ ਵੀ, ਮੰਨ ਲਓ ਆਹ ਕੋਵਲੈਂਟ ਬੌਂਡ ਟੁੱਟ ਗਿਆ, ਇਹਦਾ ਇਲੈਕਟ੍ਰੋਨ ਫ੍ਰੀ ਹੋ ਗਿਆ, ਇਹ ਪਿੱਛੇ ਕੀ ਕ੍ਰੀਏਟ ਕਰ ਜਾਏਗਾ? ਹੋਲਸ, ਹੈ ਨਾ। ਦੈਟ ਮੀਨਸ ਟੈਂਪਰੇਚਰ ਵਧਾਉਣ ਨਾਲ ਇਲੈਕਟ੍ਰੋਨਸ ਦੀ ਗਿਣਤੀ ਵੱਧ ਗਈ, ਹੋਲਸ ਦੀ ਗਿਣਤੀ ਵੱਧ ਗਈ, ਚਾਰਜ ਕੈਰੀਅਰਸ ਦੀ ਗਿਣਤੀ ਵੱਧ ਗਈ। ਕੰਡਕਟਿਵਿਟੀ ਗੋਜ਼ ਔਨ ਇਨਕਰੀਜ਼ਿੰਗ। ਬੈਂਡ ਥਿਊਰੀ ਤੇ ਆਓ। ਬੈਂਡ ਥਿਊਰੀ ਤੇ
what happens if we rise the temperature? ਜਦੋਂ ਟੈਂਪਰੇਚਰ ਰਾਈਜ਼ ਕਰਾਂਗੇ ਦੇਖੋ ਇਹ ਇਲੈਕਟ੍ਰੋਨਸ ਤਾਂ ਹੈਗੇ ਸੀਗੇ ਵੇਲੈਂਸ ਬੈਂਡ 'ਚ ਹੈ ਨਾ। ਕੰਡਕਸ਼ਨ ਬੈਂਡ 'ਚ ਆਲਰੇਡੀ ਇਲੈਕਟ੍ਰੋਨਸ ਜਾ ਚੁੱਕੇ ਨੇ ਡੋਨਰ ਐਨਰਜੀ ਲੈਵਲ ਤੋਂ। ਅਗਰ ਅਸੀਂ ਟੈਂਪਰੇਚਰ ਵਧਾਵਾਂਗੇ ਤਾਂ ਆਹ ਵਾਲੇ ਇਲੈਕਟ੍ਰੋਨਸ ਵੀ ਉੱਪਰ ਵੇਲੈਂਸ ਬੈਂਡ ਤੋਂ ਜੰਪ ਕਰਕੇ ਹੈ ਨਾ ਕਿੱਥੇ ਚਲੇ ਜਾਣਗੇ ਕੰਡਕਸ਼ਨ ਬੈਂਡ 'ਚ ਉਰੇ ਪਿੱਛੇ ਕੀ ਕ੍ਰੀਏਟ ਹੋ ਜਾਣਗੇ ਹੋਲਸ। ਕੰਡਕਸ਼ਨ ਬੈਂਡ 'ਚ ਇਲੈਕਟ੍ਰੋਨਸ ਦੀ ਗਿਣਤੀ ਵੱਧ ਗਈ, ਵੇਲੈਂਸ ਬੈਂਡ 'ਚ ਹੋਲਸ ਦੀ ਗਿਣਤੀ ਵੱਧ ਗਈ। ਬਾਈ ਰਾਈਜ਼ਿੰਗ ਟੈਂਪਰੇਚਰ ਵਧਾਉਣ ਨਾਲ ਵੇਲੈਂਸ ਬੈਂਡ 'ਚ ਹੋਲਸ ਦੀ ਗਿਣਤੀ ਵੱਧ ਗਈ, ਕੰਡਕਸ਼ਨ ਬੈਂਡ 'ਚ ਇਲੈਕਟ੍ਰੋਨਸ ਦੀ ਗਿਣਤੀ ਵੱਧ ਗਈ, ਚਾਰਜ ਕੈਰੀਅਰਸ ਦੀ ਗਿਣਤੀ ਵੱਧ ਗਈ। ਦੈਟਸ ਵਾਈ ਸਬਸਟਾਂਸ ਦੀ ਕੰਡਕਟਿਵਿਟੀ ਇਨਕਰੀਜ਼ ਹੋ ਜਾਏਗੀ, ਇਟਸ ਕੰਡਕਟਿਵਿਟੀ ਗੋਜ਼ ਔਨ ਇਨਕਰੀਜ਼ਿੰਗ ਹੈ ਨਾ। ਐਂਡ ਇਸ ਦੇ ਵਿੱਚ ਬੇਟਾ ਹੋਲਸ ਨਾਲੋਂ ਜ਼ਿਆਦਾ ਗਿਣਤੀ ਕਿਹਦੀ ਹੈ ਬੇਟਾ ਕੰਡਕਸ਼ਨ ਬੈਂਡ ਦੇ ਇਲੈਕਟ੍ਰੋਨਸ ਦੀ। ਦੈਟ ਮੀਨਸ ਇਨ ਐਨ ਟਾਈਪ ਸੈਮੀ ਕੰਡਕਟਰਸ number density of electrons is greater than number density of holes. holes ਨਾਲੋਂ ਜ਼ਿਆਦਾ ਗਿਣਤੀ ਇਲੈਕਟ੍ਰੋਨਸ ਦੀ ਹੈ ਨਾ। ਜਿਵੇਂ ਪੀ ਟਾਈਪ ਸੈਮੀ ਕੰਡਕਟਰਸ ਮੈਜੋਰਿਟੀ ਚਾਰਜ ਕੈਰੀਅਰਸ ਕਿਹੜੇ ਸੀਗੇ? ਮੈਜੋਰਿਟੀ ਚਾਰਜ ਕੈਰੀਅਰਸ ਹੋਲ ਸੀਗੇ, ਮਾਈਨੋਰਿਟੀ ਚਾਰਜ ਕੈਰੀਅਰ ਇਲੈਕਟ੍ਰੋਨ ਸੀਗੇ। ਇੱਥੇ ਬੇਟਾ ਜ਼ਿਆਦਾ ਕਰੰਟ ਕਿਸ ਕਾਰਨ ਬਣ ਰਿਹਾ? ਇਲੈਕਟ੍ਰੋਨਸ ਕਾਰਨ। ਸੋ ਮੈਜੋਰਿਟੀ ਚਾਰਜ ਕੈਰੀਅਰ ਇਲੈਕਟ੍ਰੋਨਸ ਨੇ, ਮਾਈਨੋਰਿਟੀ ਚਾਰਜ ਕੈਰੀਅਰਸ ਹੋਲਸ ਨੇ। ਮਤਲਬ Ne is majority charge carriers and NH are minority charge carriers। ठीक है, क्योंकि ज़्यादा करंट बेटा इलेक्ट्रॉन्स कारण बन रहा है। इस सैमीकंडक्टर ज़्यादा करंट इलेक्ट्रॉन्स कारण बन रहा है। इलेक्ट्रॉन कैरीज नैगेटिव चार्ज, इस करके सैमीकंडक्टर का नाम पिया नैगेटिव टाइप सैमीकंडक्टर, N टाइप सैमीकंडक्टर है ना। एन टाइप सैमीकंडक्टर मीनस नैगेटिव टाइप सैमीकंडक्टर भी। इस सैमीकंडक्टर से ज़्यादा करंट नैगेटिव टाइप ऑफ चार्जिस कारण बनता है, नैगेटिव टाइप ऑफ इलैक्ट्रॉन्स कारण बनता है। क्लियर बेटा? ये सीगे दो टाइप से सैमीकंडक्टर, पी टाइप एंड एन टाइप सैमीकंडक्टर। डोपिंग डिस्कस कर चुके हैं है ना, तो डोपिंग डिस्कस कर चुके हैं। पी टाइप सैमीकंडक्टर, एन टाइप सैमीकंडक्टर। बेटा इन्हां दे डिफरेंसिस नोट्स दिते हुए ने, डिफरेंसिस तुसीं अपने आप पढ़ोगे। सारे डिफरेंसिस मैं तुहानूं दस चुके हैं, एक बार रीड आउट करियो, ਤੁਹਾਨੂੰ डिफरेंसिस समझ आ जाएंगे। डिफरेंसिस बिटवीन इंट्रिंसिक सैमीकंडक्टर एंड एक्सट्रिंसिक सैमीकंडक्टर भी मैं ਤੁਹਾਨੂੰ ਇੱਕ ਵਾਰੀ ਨੋਟਸ 'ਚੋਂ ਪੜ੍ਹਾ ਵੀ ਦਿੰਦਾ। 2 ਮਿੰਟ ਹੋਲਡ ਕਰੋ। ਯੈਸ ਬੇਟਾ। ਸੋ ਫਸਟ ਆਪਾਂ ਰੀਡ ਆਊਟ ਕਰ ਲੈਂਦੇ ਹਾਂ ਇੱਕ ਵਾਰੀ डिफरेंसिस बिटवीन इंट्रिंसिक एंड एक्सट्रिंसिक सैमीकंडक्टर्स। ਇੱਕ ਪਾਸੇ इंट्रिंसिक है, एक पासे एक्सट्रिंसिक है। इंट्रिंसिक सैमीकंडक्टर्स दीज आर प्योर सैमीकंडक्टर्स, ये प्योर फॉर्म 'ਚ ਹੁੰਦੇ ਨੇ। एक्सट्रिंसिक सैमीकंडक्टर इंप्योर फॉर्म 'ਚ ਹੁੰਦੇ ਨੇ, दीज आर इंप्योर सैमीकंडक्टर। इन इंट्रिंसिक सैमीकंडक्टर्स नो इंप्योरिटी एटम इज प्रेजेंट, सारे ही एक एटम होंगे सिलिकॉन के, कोई इंप्योरिटी एटम नहीं होगा। एक्सट्रिंसिक च ट्राईवेलेंट या पेंटावेलेंट इंप्योरिटीज़ ऐड होंदियां ने। ओके, इंट्रिंसिक दे विच प्योर एग्जाम्पल दी हुई है, प्योर क्रिस्टल ऑफ सिलिकॉन और जर्मेनियम का या सिलिकॉन का प्योर क्रिस्टल। तो एक्सट्रिंसिक की एग्जाम्पल है पी टाइप सैमीकंडक्टर एंड एन टाइप सैमीकंडक्टर। इंट्रिंसिक दे विच दे हैव लो इलैक्ट्रिकल कंडक्टिविटी, इन्हां दी कंडक्टिविटी लो होंदी है। एक्सट्रिंसिक सैमीकंडक्टर्स की कंडक्टिविटी हाई होंदी है, दे हैव हाई इलैक्ट्रिकल कंडक्टिविटी। इंट्रिंसिक सैमीकंडक्टर्स NE एंड NH इक्वल होंदे ने, NE एंड NH बोथ आर इक्वल है ना। एक्सट्रिंसिक सैमीकंडक्टर्स NE NH नालों ज़्यादा होएगा या NH NE नालों ज़्यादा होएगा है ना। इंट्रिंसिक सैमीकंडक्टर्स की कंडक्टिविटी डिपेंड्स ओनली अपॉन टेंपरेचर। नेक्स्ट पेज पे होएगा ये, यस नेक्स्ट पेज पे है। देयर कंडक्टिविटी डिपेंड्स, देयर कंडक्टिविटी डिपेंड्स ओनली अपॉन टेंपरेचर। इंट्रिंसिक सैमीकंडक्टर्स की कंडक्टिविटी सिर्फ एक ही चीज़ पर डिपेंड करती है, टेंपरेचर से। टेंपरेचर बढ़ा के ही उसकी कंडक्टिविटी बढ़ाई जा सकती है। बट एक्सट्रिंसिक सैमीकंडक्टर्स की कंडक्टिविटी टेंपरेचर पर भी डिपेंड करती है, इंप्योरिटीज़ पर भी डिपेंड करती है। इट डिपेंड्स अपॉन टेंपरेचर एज वेल एज इंप्योरिटीज़। क्लियर? आफ्टर दैट फिर बेटा डिफरेंस देते हुए डिफरेंस बिटवीन पी टाइप एंड एन टाइप सैमीकंडक्टर्स है ना। एक पासे पी टाइप सैमीकंडक्टर, एक पासे एन टाइप, ये भी सारे तुसी पढ़े हुए ने। देखो फर्स्ट पी टाइप सैमीकंडक्टर, दो सैमीकंडक्टर्स आर ऑब्टेन्ड बाय एडिंग ट्राईवेलेंट इंप्योरिटीज़। ये ट्राईवेलेंट इंप्योरिटीज़ नाल बनते हैं। एन टाइप पेंटावेलेंट इंप्योरिटीज़ नाल बनते हैं, पेंटावेलेंट इंप्योरिटीज़। पी टाइप सेकेंड डिफरेंस, द इंप्योरिटीज़ एडिड इन पी टाइप सैमीकंडक्टर्स एक्सेप्ट्स द इलैक्ट्रॉन्स, इस करके उन्होंने एक्सेप्टर इंप्योरिटीज़ कहते हैं। मतलब पी टाइप सैमीकंडक्टर्स असीं जिहड़ियां इंप्योरिटीज़ यूज़ करते हैं वो इलैक्ट्रॉन्स एक्सेप्ट करदियां ने, इस करके उन्होंने एक्सेप्टर इंप्योरिटीज़ कहते हैं। एन टाइप सैमीकंडक्टर दी जिहड़ियां इंप्योरिटीज़ हैं वो इलैक्ट्रॉन डोनेट करदियां ने, इलैक्ट्रॉन
ਡੋਨੇਟ ਕਰਦੀਆਂ ਨੇ, ਦੈਟਸ ਵਾਈ ਉਹਨਾਂ ਨੂੰ ਡੋਨਰ ਇੰਪਿਓਰਟੀਜ਼ ਕਹਿੰਦੇ ਆ। ਪੀ ਟਾਈਪ ਸੈਮੀਕੰਡਕਟਰਸ ਮੇਜੋਰਟੀ ਚਾਰਜ ਕੈਰੀਅਰਸ ਆਰ ਹੋਲ, ਐਨ ਟਾਈਪ ਸੈਮੀਕੰਡਕਟਰਸ ਮੇਜੋਰਟੀ ਚਾਰਜ ਕੈਰੀਅਰਸ ਆਰ ਇਲੈਕਟ੍ਰॉन्स, p type semiconductors minority charge carriers are electrons, n type semiconductors minority charge carriers are holes। p type semiconductors holes ਦੀ number density ਜ਼ਿਆਦਾ ਹੁੰਦੀ ਹੈ as comparative to electrons, n type semiconductors electrons ਦੀ number density ਹੁੰਦੀ ਹੈ as comparative to holes। p type semiconductors acceptor energy level ਬਣਦਾ ਹੈ nears the valence band, and n type semiconductors donor energy level ਬਣਦਾ ਹੈ nears the conduction band। so these are the differences between p type and n type semiconductor। ਨੋਟਸ ਦੇ ਵਿੱਚ ਆਲਰੇਡੀ ਤੁਹਾਨੂੰ ਦਿੱਤੇ ਹੋਏ ਨੇ ਬੇਟਾ, ਹੈ ਨਾ, ਇੱਕ ਵਾਰ ਰੀਡ ਆਊਟ ਕਰ ਲਿਓ, ਆਸਾਨੀ ਨਾਲ ਤੁਹਾਨੂੰ ਸਮਝ ਆ ਜਾਊਗੀ, ਠੀਕ ਹੈ। ਸੋ ਦਿਸ ਇਜ਼ ਆਲ ਅਬਾਊਟ ਡੋਪਿੰਗ ਐਂਡ ਐਕਸਟ੍ਰਿੰਸਿਕ ਟਾਈਪ ਸੈਮੀਕੰਡਕਟਰਸ, p type and n type semiconductor। hope you understand very well, thank you very much।